ਵਾਹਿਗੁਰੂ ਜੀ ਕੀ ਫਤਿਹ। ਸਿੱਖ ਫਿਲਾਸਫੀ ਦਾ ਇਹ ਪ੍ਰੋਗਰਾਮ ਜੋ ਸਿੱਖ ਚੈਨਲ ਤੇ ਹਫ਼ਤਾਵਾਰੀ ਇਸੇ ਟਾਈਮ ਤੁਸੀਂ ਦੇਖਦੇ ਹੋ, ਇਹਦੇ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋ ਬਾਣੀ ਹੈ, ਸ਼ਲੋਕ ਹੈ, ਉਹਨਾਂ ਦੇ ਅਰਥ ਭਾਵ ਅਰਥ ਆਪਾਂ ਸਰਵਣ ਕਰਦੇ ਆ ਰਹੇ ਹਾਂ। ਉਸ ਤੋਂ ਉਪਰੰਤ ਪਿਛਲੇ ਹਫ਼ਤੇ ਜੋ ਉਸ ਤੋਂ ਅਗਾਂਹ ਕਿ ਮਨੁੱਖ ਇਹ ਜਨਮ ਪਾ ਕੇ ਆਇਆ ਕੀ ਕਰਨ ਸੀ ਤੇ ਕਰ ਕੀ ਰਿਹਾ ਹੈ, ਕੀ ਇਹਦਾ ਕਰਮ ਸੀ, ਕਿਸ ਕਰਕੇ ਉਸ ਵਾਹਿਗੁਰੂ ਅਕਾਲ ਪੁਰਖ ਨੇ ਇਸ ਨੂੰ ਮਨੁੱਖਾ ਜਨਮ ਦਿੱਤਾ ਸੀ, ਤੇ ਜਦੋਂ ਜਾਂਦਾ ਹੈ ਕੀ ਉਹ ਆਪਣਾ ਕੀਤਾ ਹੋਇਆ ਵਾਅਦਾ ਕੀਤਾ ਹੋਇਆ ਕਰਮ ਪੂਰੀ ਕਰਕੇ ਜਾਂਦਾ ਹੈ ਤੇ ਜਾਂਦਾ ਕਿੱਥੇ ਹੈ, ਤੇ ਹਿਸਾਬ ਕਿਤਾਬ ਹੁੰਦਾ ਹੈ ਕਿੱਥੇ ਹੁੰਦਾ ਹੈ। ਇਹੋ ਜਿਹੇ ਸਵਾਲ ਜਵਾਬ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਅਵਤਾਰ ਸਿੰਘ ਜੀ ਨੇ ਆਪਾਂ ਨੂੰ ਪਿਛਲੇ ਹਫ਼ਤੇ ਇਹਨਾਂ ਤੇ ਵਿਚਾਰ ਕੀਤੀ ਸੀ। ਸੋ ਅੱਜ ਵੀ ਭਾਈ ਸਾਹਿਬ ਜੀ ਆਪਣੇ ਕੋਲ ਹਾਜ਼ਰ ਨੇ। ਸਭ ਤੋਂ ਪਹਿਲਾਂ ਫਤਿਹ ਉਹਨਾਂ ਨੇ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਸਾਇੰਟੀਫਿਕ ਯੁੱਗ ਦੇ ਵਿੱਚ, ਇਸ ਦੁਨੀਆ ਦੇ ਵਿੱਚ ਜਿਸ ਸਮੇਂ ਵਿੱਚ ਆਪਾਂ ਵਿਚਰ ਰਹੇ ਹਾਂ, ਕਿਉਂਕਿ ਧਰਮ ਜਿਹੜਾ ਹੈ ਉਹ ਸ਼ਰਧਾ ਦਾ ਵਿਸ਼ਾ ਹੈ, ਅਤੇ ਅੱਜ ਕੱਲ੍ਹ ਅਸੀਂ ਬਹੁਤਾਤ ਵਿੱਚ ਪੜ੍ਹੇ ਲਿਖੇ ਹੋਣ ਸਮਝ ਕੇ ਕਿ ਅਸੀਂ ਬਹੁਤ ਸੂਝਵਾਨ ਹਾਂ, ਪੜ੍ਹੇ ਲਿਖੇ, ਤੇ ਬਜਾਏ ਕਿ ਸ਼ਰਧਾ ਭਾਵਨਾ ਰੱਖ ਕੇ ਜੋ ਸਾਨੂੰ ਗੁਰੂ ਸਾਹਿਬ ਜੀ ਬਖਸ਼ ਕੇ ਨੇ, ਦੱਸ ਕੇ ਨੇ, ਉਹਦੇ ਉੱਤੇ ਚੱਲਣ ਦੀ ਬਜਾਏ ਅਸੀਂ ਨੁਕਤਾਚੀਨ ਕਰਨ ਵਾਲੇ ਬਹੁਤ ਵੱਧ ਗਏ। ਜਿਹੜਾ ਵੀ ਆਪਣੇ ਆਪ ਨੂੰ ਸਮਝਦਾ ਕਿ ਮੈਂ ਬਹੁਤ ਪੜ੍ਹਿਆ ਲਿਖਿਆ, ਉਹ ਕੋਈ ਨਾ ਕੋਈ ਨੁਕਸਾ ਚੁੱਕ ਲੈਂਦਾ ਹੈ। ਇਤਿਹਾਸ ਵਿੱਚ ਇੱਦਾਂ ਨਹੀਂ, ਜੇ ਇੱਦਾਂ ਹੋਇਆ, ਆਹ ਨਹੀਂ ਹੋਣਾ ਚਾਹੀਦਾ, ਆਹ ਸੀ। ਤੁਹਾਡੇ ਸਾਹਮਣੇ ਐਗਜ਼ਾਮਪਲਾਂ ਆ ਪਿਛਲੇ ਜੋ ਕੁਝ ਸਾਲਾਂ ਜੋ ਬੀਤੇ ਆਏ, ਕੁਝ ਸੂਝਵਾਨਾਂ ਨੇ ਜੋ ਰੌਲਾ ਪਾਇਆ ਸੀ ਸਾਹਮਣੇ, ਅਤੇ ਜੋ ਕੁਝ ਇਹੋ ਜਿਹੀ ਸੋਚਦੇ ਬੰਦੇ ਨੇ ਜਿਹੜੇ ਕਿ ਅੱਜ ਕੱਲ੍ਹ ਦੇ ਯੂਥ ਦੇ ਵਿੱਚ ਦਿਮਾਗ ਵਿੱਚ ਪਾ ਰਹੇ ਨੇ ਕਿ ਆਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਕਿ ਜੋ ਕੁਝ ਹੈ ਉਹ ਇੱਥੇ ਹੀ ਆ, ਸਭ ਕੁਛ ਉਹ ਗਾਂਹ ਕੁਝ ਨਹੀਂ। ਇਹ ਐਵੇਂ ਜਿਹੜੇ ਵਿਹਲੇ ਲੋਕ ਨੇ ਭਾਈ ਬੈਠੇ ਨੇ, ਉਹਨਾਂ ਦੀ ਕਾਢ ਹੈ ਕਿ ਅੱਗੇ ਆ ਹੋਣਾ, ਆਹ ਹੋਣਾ, ਆਹ ਹੋਣਾ। ਅਤੇ ਇਹੋ ਜਿਹੀ ਸੋਚ ਜੇ 100 ਵਿੱਚੋਂ 5-7% ਵੀ ਗ੍ਰਹਿਣ ਕਰ ਲੈਣ ਤੇ ਉਹ ਖਤਰਨਾਕ ਹੈ। ਸੋ ਅੱਜ ਆਪਾਂ ਭਾਈ ਸਾਹਿਬ ਜੀ ਤੋਂ ਇਹਦੇ ਉੱਤੇ ਵਿਚਾਰਾਂ ਸੁਣਨੀਆਂ ਨੇ, ਗੁਰਮਤਿ ਅਨੁਸਾਰ ਕਿ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਗੁਰਬਾਣੀ ਵਿੱਚ, ਗੁਰਮਤਿ ਵਿੱਚ ਕੀ ਕਹਿੰਦੇ ਨੇ, ਕਿ ਕੀ ਇਹ ਆਵਾਗੁਣ ਦਾ ਚੱਕਰ ਹੈ, ਕੀ ਜੋ ਕਰਮ ਭੋਗ ਰਹੇ ਆ ਉਹਦੀ ਕੋਈ ਸਜ਼ਾ ਸਾਨੂੰ ਭੋਗਣੀ ਪੈਂਦੀ ਹੈ, ਹਿਸਾਬ ਕਿਤਾਬ ਹੁੰਦਾ ਹੈ ਜਾਂ ਨਹੀਂ ਹੁੰਦਾ। ਇਹੋ ਜਿਹੇ ਸਵਾਲਾਂ ਦੇ ਜਵਾਬ ਸਰਦਾਰ ਭਾਈ ਸਾਹਿਬ ਜੀ ਤੋਂ ਆਪਾਂ ਪੁੱਛਾਂਗੇ। ਸੋ ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਸ਼ੁਰੂ ਕਰੋ ਜੀ ਕਿ ਜੋ ਇਹ ਆਵਾਗੁਣ ਦਾ ਚੱਕਰ ਹੈ, ਹਿਸਾਬ ਕਿਤਾਬ ਇੱਥੋਂ ਆਪਾਂ ਅਸਿਊਮ ਕਰ ਲਈਏ ਕਿ ਹਿਸਾਬ ਕਿਤਾਬ ਹੁੰਦਾ ਹੈ। ਜੇ ਹੁੰਦਾ ਹੈ ਤੇ ਕਿੱਥੇ ਹੁੰਦਾ ਹੈ, ਤਾਂ ਕਿੱਦਾਂ ਹੁੰਦਾ ਹੈ, ਤੇ ਸਾਹਿਬ ਸੱਚੇ ਪਾਤਸ਼ਾਹ ਇਹਦੇ ਬਾਰੇ ਕੀ ਸਾਨੂੰ ਗੁਰਮਤਿ ਸਿਧਾਂਤ ਵਿੱਚ ਦੱਸਦੇ ਨੇ। ਇੱਥੋਂ ਸ਼ੁਰੂ ਕਰਕੇ ਭਾਈ ਸਾਹਿਬ ਜੀ ਅਗਾਂਹ ਆਪਾਂ ਜਿੱਦਾਂ ਸਤਿਗੁਰੂ ਨੇ ਬਖਸ਼ਿਸ਼ ਕੀਤੀ ਡਿਵੈਲਪ ਕਰਾਂਗੇ। ਸੋ ਕਰੋ ਸ਼ੁਰੂ ਜੀ। ਧੰਨਵਾਦ ਡਾਕਟਰ ਸਾਹਿਬ। ਜਿਸ ਤਰ੍ਹਾਂ ਪਿਛਲੇ ਹਫ਼ਤੇ ਆਪਾਂ ਜ਼ਿਕਰ ਵੀ ਕੀਤਾ ਸੀ, ਆਪਣੇ ਦਰਸ਼ਕਾਂ ਦੇ ਨਾਲ ਗੱਲ ਸਾਂਝੀ ਕੀਤੀ ਸੀ, ਬਹੁਤ ਹੀ ਔਖਾ ਵਿਸ਼ਾ ਹੈ, ਤੇ ਉਸ ਨੂੰ
ਉਹਦੀ ਵਿਆਖਿਆ ਕਰਨੀ ਤੇ ਉਹਨੂੰ ਸਮਝਣਾ ਉਸ ਤੋਂ ਵੀ ਔਖਾ ਇਸ ਕਰਕੇ ਹੈ ਕਿ ਇਹ ਉਹ ਵਿਸ਼ਾ ਹੈ ਜਿਹੜਾ ਕਦੇ ਕਿਸੇ ਨੇ ਐਕਸਪੀਰੀਅੰਸ ਨਹੀਂ ਕੀਤਾ, ਕਿਸੇ ਨੇ ਨਹੀਂ ਵੇਖਿਆ, ਜਾਂ ਐਵੇਂ ਕਹਿ ਲਈਏ ਕਿਸੇ ਨੇ ਵੀ ਉਹ ਵੇਖਣ ਤੋਂ ਬਾਅਦ ਵਾਪਸ ਆ ਕੇ ਨਹੀਂ ਦੱਸਿਆ ਕਿ ਮਰਨ ਤੋਂ ਬਾਅਦ ਏਦਾਂ ਹੋਇਆ ਸੀ। ਪਰ ਕਿਉਂਕਿ ਅਸੀਂ ਲੋਕ ਧਾਰਮਿਕ ਜੀਵਨ ਜਿਉਣ ਦਾ ਦਾਅਵਾ ਕਰਦੇ ਹਾਂ, ਦੋ ਕਿਸਮ ਦਾ ਜੀਵਨ ਹੈ ਨਾ ਜੀ। ਇੱਕ ਤਾਂ ਪਦਾਰਥਵਾਦੀ ਹੈ ਕਿ ਇਸ ਸੰਸਾਰ ਦੇ ਉੱਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਵੀ ਖਾਧਾ ਪੀਤਾ ਲਾਹੇ ਦਾ, ਐਸ਼ ਕਰੋ, ਤੁਸੀਂ ਅਗਲਾ ਜਹਾਨ ਕਿਹਨੇ ਵੇਖਿਆ, ਕਿੱਥੇ ਕੀ ਹੋਣਾ, ਕੁਝ ਨਹੀਂ ਹੋਣਾ। ਤੇ ਜਾਂ ਫਿਰ ਅਸੀਂ ਆਪਣਾ ਜੀਵਨ ਜਿਹੜਾ ਉਸ ਮਕਸਦ ਨੂੰ ਸਾਹਮਣੇ ਰੱਖ ਕੇ ਚੰਗਾ ਜੀਵਨ ਜੀਵੀਏ ਜਿਹੜਾ ਸਾਡੇ ਜੀਵਨ ਦਾ ਮਕਸਦ ਸੀ। ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲੇ ਲੋਕ ਹਾਂ, ਤੇ ਇਸ ਕਰਕੇ ਸਾਡੇ ਵਾਸਤੇ ਜਿੱਥੇ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਤੇ ਉਹਦੇ ਨਾਲ ਹੀ ਸਾਡੇ ਵਾਸਤੇ ਜ਼ਿੰਦਗੀ ਜਿਉਣੀ ਸੌਖੀ ਵੀ ਹੋ ਜਾਂਦੀ ਹੈ। ਉਹ ਇਸ ਕਰਕੇ ਕਿ ਸਾਡੇ ਗੁਰੂ ਸਾਹਿਬਾਂ ਨੇ ਤੇ ਮਾਨਯੋਗ ਭਗਤਾਂ ਨੇ ਆਪਣੀ ਬਾਣੀ ਰਾਹੀਂ ਸਾਨੂੰ ਬਹੁਤ ਸਾਰੀ ਸੇਧ ਇਹਦੇ ਪਰਥਾਏ ਦੇ ਦਿੱਤੀ ਹੈ ਜੀ। ਇਹ ਗੱਲ ਸਪਸ਼ਟ ਹੋਈ ਪਿਛਲੇ ਹਫ਼ਤੇ ਦੇ ਪ੍ਰੋਗਰਾਮ ਤੋਂ ਵੀ ਜੋ ਵੀ ਅਸੀਂ ਇੱਥੇ ਕਰਨਾ ਹੈ ਉਹਦਾ ਫਲ ਸਾਨੂੰ ਭੋਗਣਾ ਪੈਣਾ ਹੈ, ਜੋ ਅਸੀਂ ਬੀਜਣਾ ਹੈ ਉਹ ਸਾਨੂੰ ਵੱਢਣਾ ਪੈਣਾ ਹੈ। ਤੇ ਨਾਲ ਇਹ ਵੀ ਹੈ ਵੀ ਜਦੋਂ ਸਾਡੇ ਕਰਮਾਂ ਦਾ ਹਿਸਾਬ ਹੋਣ ਲੱਗਣਾ ਹੈ, ਉੱਥੇ ਕਿਸੇ ਕਿਸਮ ਦੀ ਵੱਢੀ ਨਹੀਂ ਚੱਲਣੀ, ਉੱਥੇ ਕਦੇ ਕਿਸੇ ਕਿਸਮ ਦਾ ਕਿਸੇ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਣਾ। ਉੱਥੇ ਸੱਚੇ ਹੀ ਸੱਚ ਨਿਬੜੇ ਚੁਣਬੱਕ ਕੱਢੇ ਜਜਮਾਲਿਆਂ ਵਾਲੀ ਅਵਸਥਾ ਹੈ। ਉੱਥੇ ਨਿਰੋਲ ਸੱਚ ਰਹਿਣਾ ਹੈ, ਨਿਰੋਲ ਸੱਚ ਤੋਂ ਬਗੈਰ ਹੋਰ ਕੁਝ ਵੀ ਉੱਥੇ ਨਹੀਂ ਬਚਣਾ। ਇਹਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਧੋਖਾ ਦੇਣ ਵਾਸਤੇ ਜਿੰਨੇ ਮਰਜ਼ੀ ਭੁਲੇਖੇ ਪੈਦਾ ਕਰਦੇ ਰਹੀਏ, ਜੋ ਮਰਜ਼ੀ ਕਰਦੇ ਰਹੀਏ, ਪਰ ਆਖਰਕਾਰ ਉਸ ਸਟੇਜ ਤੇ ਆ ਕੇ ਇਸੇ ਕਰਕੇ ਗੁਰਬਾਣੀ ਨੇ ਉੱਥੇ ਉਸ ਫੈਸਲੇ ਨੂੰ ਧਰਮਰਾਜ ਦਾ ਫੈਸਲਾ ਆਖਿਆ। ਧਰਮਰਾਜ ਦਾ ਮਤਲਬ ਹੀ ਇਹ ਹੈ ਕਿ ਜਿੱਥੇ ਬਿਲਕੁਲ ਫੈਸਲੇ ਧਰਮ ਦੇ ਆਧਾਰ ਤੇ ਹੁੰਦੇ ਨੇ। ਧਰਮ ਦੇ ਆਧਾਰ ਤੇ ਮਤਲਬ ਇਹ ਨਹੀਂ ਕਿ ਹਿੰਦੂ ਦੇ ਹਿੰਦੂ ਧਰਮ ਦੇ ਮੁਤਾਬਕ, ਇਸਲਾਮ ਦੇ ਇਸਲਾਮਿਕ ਧਰਮ ਦੇ ਮੁਤਾਬਕ, ਸਿੱਖਾਂ ਦੇ ਸਿੱਖ ਧਰਮ ਦੇ ਮੁਤਾਬਕ ਨਹੀਂ। ਇੱਕ ਐਸਾ ਸਾਂਝਾ ਧਰਮ ਜਿਹੜਾ ਬਿਲਕੁਲ ਸੱਚ ਹੈ, ਸੱਚ ਤੋਂ ਬਗੈਰ ਹੋਰ ਕੁਝ ਨਹੀਂ। ਉਸ ਸੱਚ ਦੇ ਆਧਾਰ ਦੇ ਉੱਤੇ ਫੈਸਲੇ ਹੁੰਦੇ ਹੈ, ਔਰ ਉਹ ਤੋਂ ਇਹ ਨਹੀਂ ਕਿ ਉਹ ਫੈਸਲਿਆਂ ਤੋਂ ਬਚਿਆ ਨਹੀਂ ਜਾ ਸਕਦਾ। ਅਸੀਂ ਆਪਣੇ ਕਰਮਾਂ ਕਰਕੇ, ਬਾਬਾ ਫਰੀਦ ਜੀ ਬੜਾ ਖੂਬਸੂਰਤ ਕਹਿੰਦੇ ਦੱਸਦੇ ਨੇ, ਸਾਨੂੰ ਹਦਾਇਤ ਵੀ ਕਰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲਿਖ। ਜੇ ਤੂੰ ਬਹੁਤ ਅਕਲਵਾਨ ਹੈ ਨਾ, ਤੂੰ ਜੇ ਬਰੀਕ ਸਮਝ ਦਾ ਮਾਲਕ ਹੈ, ਜੇ ਤੇਰੀ ਸਮਝ ਇੰਨੀ ਡਿਵੈਲਪ ਹੋ ਗਈ ਹੈ ਕਿ ਤੂੰ ਲੋਕਾਂ ਨੂੰ ਗਧੀ ਗੇੜ 'ਚ ਪਾਈ ਫਿਰਦਾ ਹੈ, ਫਿਰ ਕਾਲੇ ਲਿਖ ਨਾ ਲਿਖ। ਫਿਰ ਆਪਣੇ ਕਰਮਾਂ ਦੇ ਵਿੱਚ ਕਾਲੇ ਕੰਮ ਨਾ ਜੋੜ, ਮਾੜੇ ਕੰਮ ਨਾ ਜੋੜ ਜਿਨ੍ਹਾਂ ਬਾਰੇ ਪਛਤਾਉਣਾ ਪਏ। ਕਿਉਂਕਿ ਆਪਨੜੇ ਗਰੀਬਾਨ ਮੇ ਸਿਰ ਨੀਵਾਂ ਕਰ ਦੇ ਜੀ। ਆਪਣੇ ਅੰਦਰ ਝਾਤੀ ਮਾਰ ਕੇ ਵੇਖਿਆ ਕਰ ਕਦੇ ਤੂੰ। ਇੱਥੇ ਡਾਕਟਰ ਸਾਹਿਬ ਮੈਂ ਇੱਕ ਉਦਾਹਰਣ ਦੇਣੀ ਚਾਹੁੰਦਾ। ਅੱਜ ਜਿਹੜੇ ਪੜ੍ਹਨ ਵਾਲੇ ਲੋਕ ਨੇ, ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋਵੇ। ਇੱਕ ਭਾਰਤੀ ਹੈ ਦੀਪਕ ਚੋਪੜਾ, ਜਿਹੜਾ ਅਮਰੀਕਾ ਦੇ ਵਿੱਚ ਰਹਿੰਦਾ ਹੈ। ਉਹਦੀਆਂ ਕਿਤਾਬਾਂ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਪੜ੍ਹੀਆਂ ਜਾਂਦੀਆਂ। ਉਹਦੀ ਪਹਿਲੀ ਕਿਤਾਬ ਸੀ 7 Spiritual Law of Life, ਨਹੀਂ 7 Spiritual Laws of Success। ਤੇ ਉਹਦੇ ਮੁੱਖ ਬੰਦ ਵਿੱਚ ਲਿਖਦਾ ਕਿ ਮੈਂ ਇਹਦਾ ਨਾਂ ਗਲਤ ਰੱਖ ਲਿਆ, ਮੈਨੂੰ ਰੱਖਣਾ ਚਾਹੀਦਾ ਸੀ 7 Spiritual Laws of Life। ਉਹਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਲਾਅ ਉਹ ਲਿਖਦਾ ਹੈ ਨਾ, ਬਹੁਤ ਵੱਡੀ ਗਿਣਤੀ 'ਚ ਮਿਲੀਅਨਸ ਦੇ ਵਿੱਚ ਇਹ ਕਿਤਾਬ ਵਿਕੀ ਤੇ ਅਜੇ ਵੀ ਵਿਕ ਰਹੀ ਹੈ, ਬਹੁਤ ਸਾਲ ਪੁਰਾਣੀ ਕਿਤਾਬ ਹੈ। ਉਹ ਕਹਿੰਦਾ ਕਿ ਹਰ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਾਸਤੇ ਸਮਾਂ ਕੱਢੇ। ਆਪਣੇ ਵਾਸਤੇ ਸਮਾਂ ਕੱਢਣ ਦਾ ਮਤਲਬ ਹੈ ਉਹ ਬਾਹਰਲੀਆਂ ਸਾਰੀਆਂ ਭਟਕਣਾਵਾਂ ਤੋਂ ਦੂਰ ਹੋ ਕੇ ਸਿਰਫ ਤੇ ਸਿਰਫ ਆਪਣੇ ਆਪ ਨਾਲ ਬੈਠੇ, ਕੋਸ਼ਿਸ਼ ਕਰੇ ਕਿ ਬਾਹਰ ਕੁਦਰਤ ਦੇ ਜਿੱਥੇ ਨਜ਼ਾਰੇ ਹੋਣ, ਕਿਸੇ ਬਾਗ ਦੇ ਵਿੱਚ, ਕਿਸੇ ਦਰਿਆ ਦੇ ਕੰਢੇ ਤੇ, ਜੇ ਹੋਰ ਕੁਝ ਨਹੀਂ ਤੇ ਆਪਣੇ ਘਰ ਦੇ ਪਿਛਲੀ ਬਗੀਚੀ ਦੇ ਵਿੱਚ ਆਪਣੇ ਆਪ ਦੇ ਨਾਲ 5 ਮਿੰਟ ਬੈਠੇ, ਫਿਰ ਉਹ 10 ਮਿੰਟ ਬੈਠੇ, ਫਿਰ ਬਹਿੰਦਾ ਉਹ ਪੌਣੇ ਘੰਟੇ ਤੱਕ ਕਰ ਲੈ। ਤੇ ਨਾਲ ਉਹ ਕਹਿੰਦਾ ਵੀ ਜਿਹੜਾ ਸ਼ਖਸ ਆਪਣੇ ਆਪ ਨਾਲ ਪੌਣਾ ਘੰਟਾ ਬੈਠ ਸਕਦਾ ਹੈ, ਮੈਂ ਗਰੰਟੀ ਦਿੰਦਾ ਕਿ ਉਹ ਦੁਨੀਆ ਦੇ ਸਾਰੇ ਮਾੜੇ ਕੰਮਾਂ ਤੋਂ ਰੁਕ ਸਕਦਾ ਹੈ। ਤੇ ਉਹ ਕਹਿੰਦਾ ਕਿ ਪੌਣਾ ਘੰਟਾ ਕਰਨਾ ਕੀ ਹੈ, ਇਹ ਨਹੀਂ ਕਿ ਪੌਣਾ ਘੰਟਾ ਬੈਠ ਕੇ ਵੀ ਤੁਹਾਡੇ ਮਨ ਦੇ ਜਿਹੜੇ ਫੁਰਨੇ ਆ ਉਹ ਲੋਕਾਂ ਦੇ ਹੱਕ ਮਾਰਨ ਤੇ ਲੋਕਾਂ ਨਾਲ ਧੋਖੇ ਠੱਗੀਆਂ ਫਰੇਬ ਕਰਨ ਤੱਕ ਸੀਮਤ ਰਹਿਣ, ਨਹੀਂ। ਉਹ ਕਹਿੰਦਾ ਉਸ ਵੇਲੇ ਤੁਸੀਂ ਇਹ ਵਿਚਾਰਨਾ ਹੈ ਕਿ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਮੈਂ ਕੀ ਕੰਮ ਕੀਤਾ ਹੈ। ਜੇ ਤੁਸੀਂ ਸਵੇਰੇ ਬੈਠਦੇ ਹੋ, ਫਿਰ ਤੁਸੀਂ ਕੱਲ੍ਹ ਦਾ ਲੇਖਾ ਜੋਖਾ ਕਰੋ
ਕਿ ਕੱਲ ਸਵੇਰ ਤੋਂ ਲੈ ਕੇ ਰਾਤ ਤੱਕ ਮੈਂ ਕਿੰਨੇ ਕੁ ਲੋਕਾਂ ਦੇ ਨਾਲ ਚੰਗਾ ਕੀਤਾ ਹੈ, ਕਿੰਨੇ ਕੁ ਲੋਕਾਂ ਦੇ ਨਾਲ ਧੋਖਾ ਕੀਤਾ ਹੈ, ਕਿੰਨੇ ਕੁ ਲੋਕਾਂ ਦਾ ਹੱਕ ਮਾਰਿਆ ਹੈ, ਕਿੰਨੇ ਕੁ ਲੋਕਾਂ ਦੀ ਸੇਵਾ ਕੀਤੀ ਹੈ, ਕਿੰਨੇ ਕੁ ਲੋਕਾਂ ਦੇ ਕੰਮ ਆਇਆ ਹੈ। ਫਿਰ ਉਹ ਕਹਿੰਦਾ ਤੁਸੀਂ ਆਪਣੇ ਮਨ ਦੇ ਵਿੱਚ ਆਪ ਫੈਸਲਾ ਕਰਕੇ ਦੇਖੋ ਕਿ ਮੈਂ ਇੰਨੇ ਮਾੜੇ ਕੰਮ ਕੀਤੇ ਹੈ ਤੇ ਇੰਨੇ ਚੰਗੇ ਕੀਤੇ ਹੈ, ਤੇ ਕੱਲ ਨੂੰ ਮੈਂ ਚੰਗਿਆਂ ਦੀ ਗਿਣਤੀ ਵਧਾਉਣੀ ਹੈ ਤੇ ਮਾੜਿਆਂ ਦੀ ਗਿਣਤੀ ਘਟਾਉਣੀ ਹੈ। ਉਹ ਕਹਿੰਦਾ ਤੁਸੀਂ ਕਰਦੇ ਕਰਦੇ ਜਦੋਂ ਤੁਸੀਂ ਪੌਣਾ ਘੰਟਾ ਆਪਣੇ ਆਪ ਨਾਲ ਸਪੈਂਡ ਕਰਨਾ ਸਿੱਖ ਜਾਓਗੇ, ਫਿਰ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਤੇ ਬਾਬਾ ਮੈਂ ਉਹਦੀ ਕਿਤਾਬ ਪੜ੍ਹੀ ਤੇ ਬਹੁਤ ਲੋਕਾਂ ਨੇ ਮੈਨੂੰ ਉਹਦੇ ਰੈਫਰੈਂਸ ਵੀ ਦਿੱਤੇ, ਤੇ ਮੈਂ ਇਹੀ ਕਿਹਾ ਵੀ ਦੀਪਕ ਚੋਪੜੇ ਨੇ ਕੁਝ ਵੀ ਨਵਾਂ ਨਹੀਂ ਕਿਹਾ। ਇਹ ਤਾਂ ਬਾਬਾ ਫਰੀਦ ਜੀ ਪਹਿਲੇ ਕਹਿ ਗਏ ਨੇ, ਆਪਣੇ ਜਿਹੜੇ ਗਰੀਬਾਨ ਮੇਂ ਸਿਰ ਨੀਵਾਂ ਕਰ ਦੇਖ। ਹਾਂਜੀ, ਔਰ ਇਸ ਤੋਂ ਬਗੈਰ ਜਨ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ। ਉਹ ਭੁਲੇਖੇ ਦੂਰ ਨਹੀਂ ਹੁੰਦੇ ਜਦੋਂ ਤੱਕ ਅਸੀਂ ਆਪਣਾ ਆਪ ਨਹੀਂ ਚੀਨਦੇ, ਆਪਣੀ ਸਵੈ ਪੜਚੋਲ ਨਹੀਂ ਕਰਦੇ। ਇਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਚਨ ਹੈ। ਅਸੀਂ ਮਤਲਬ ਇਹ ਵੇਖਣਾ ਹੈ ਕਿ ਸਾਡੇ ਕੀਤੇ ਕਰਮਾਂ ਦਾ ਨਵੇੜਾ ਧਰਮ ਦੇ ਆਧਾਰ ਦੇ ਉੱਤੇ ਹਰ ਹਾਲਤ ਵਿੱਚ ਹੋਣਾ ਹੈ। ਜਿਹੜੇ ਲੋਕ ਇਹ ਕਹਿੰਦੇ ਨੇ, ਕੁਝ ਸਾਲ ਪਹਿਲਾਂ, ਅੱਜ ਤੋਂ 60 70 80 90 100 ਸਾਲ ਪਹਿਲਾਂ ਨਵੀਂ ਸਾਇੰਸ ਨੇ ਤਰੱਕੀ ਕਰਨੀ ਸ਼ੁਰੂ ਕੀਤੀ ਸੀ, ਤੇ ਉਸ ਵੇਲੇ ਕੁਝ ਇੱਕ ਲੋਕਾਂ ਨੇ ਇਹ ਕਿਹਾ ਸੀ ਮਨੁੱਖ ਦੀ ਆਪਣੀ ਕੋਈ ਹੋਂਦ ਨਹੀਂ ਹੈ, ਇਹ ਇਲੈਕਟ੍ਰੋਨ ਪ੍ਰੋਟੋਨ ਦਾ ਸਮੂਹ ਹੈ, ਇਹ ਤੱਤਾਂ ਨੂੰ ਇਕੱਠੇ ਕਰਕੇ ਬਣਾਇਆ ਹੋਇਆ ਇੱਕ ਮਸ਼ੀਨ ਦੀ ਤਰ੍ਹਾਂ ਹੈ। ਤੇ ਉਹਦਾ ਜਵਾਬ ਇਹ ਹੈ, ਉਸ ਵੇਲੇ ਇਹ ਗੱਲ ਆਈ ਵੀ ਮੇਰੇ ਸਾਹਮਣੇ ਅੱਜ ਪ੍ਰਿੰਸੀਪਲ ਜੋਧ ਸਿੰਘ ਹੋਰਾਂ ਦੀ ਕਿਤਾਬ ਜਿਹੜੀ 1932 ਵਿੱਚ ਛਪੀ ਸੀ, ਪਰ ਇਹ ਲੇਖ ਉਸ ਤੋਂ ਬਹੁਤ ਪਹਿਲਾਂ ਦਾ ਉਹਨਾਂ ਦਾ ਲਿਖਿਆ ਹੋਇਆ ਹੈ। ਉਦੋਂ ਲਿਖਦੇ ਨੇ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਇੰਸਦਾਨ ਕੋਈ ਐਸੀ ਮਸ਼ੀਨ ਤਿਆਰ ਕਰ ਲੈਣ ਜਿਹੜੀ ਮਸ਼ੀਨ ਆਸ-ਪਾਸ ਦੀਆਂ ਤਰੰਗਾਂ, ਜਿਹੜੀਆਂ ਵੇਵਜ਼ ਅਸੀਂ ਕਹਿੰਦੇ ਆ, ਉਹਦੇ ਮੁਤਾਬਕ, ਜਾਂ ਮੈਗਨੈਟਿਕ ਫੀਲਡਸ ਨੇ ਜਾਂ ਕੁਝ ਹੋਰ ਹੈ, ਉਹਦੇ ਮੁਤਾਬਕ ਤੁਹਾਡੇ ਕੰਮ ਕਰਦਾ ਹੈ। ਉਹ ਮਸ਼ੀਨ ਬਿਜਲਈ ਸ਼ਕਤੀ ਦੇ ਨਾਲ ਤੁਹਾਡੇ ਕੰਮ ਕਰ ਸਕਦੀ ਹੈ, ਪਰ ਉਹਦੇ ਵਿੱਚ ਤੁਸੀਂ ਜਿਉਂਦੀ ਸੱਤਾ ਨਹੀਂ ਪ੍ਰਵੇਸ਼ ਕਰ ਸਕਦੇ। ਇਹ ਗੱਲ 100 ਸਾਲ ਪਹਿਲਾਂ ਅੱਜ ਤੋਂ ਸਾਡੇ ਬਹੁਤ ਵੱਡੇ ਇੱਕ ਸਿੱਖ ਵਿਦਵਾਨ ਵੱਲੋਂ ਕਹੀ ਗਈ ਸੀ। ਜਦੋਂ ਮੈਂ ਉਹਦੀ ਗੱਲ ਨੂੰ ਅੱਜ ਡੀਕੋਡ ਕਰਦਾ ਹੈ, ਤੇ ਮੈਂ ਉਹਨੂੰ ਜਿਹੜੇ ਅੱਜ ਸਾਇੰਸ ਨੇ ਰੋਬੋਟਸ ਬਣਾਏ ਹੈ, ਮੈਂ ਉਹਨਾਂ ਦੀ ਗੱਲ ਕਰਦਾ ਹਾਂ। ਅੱਜ ਸਾਰੇ ਉਹ ਕੰਮ ਕਰਦੇ ਨੇ, ਪਰ ਉਹਨਾਂ ਨੂੰ ਜਿੰਦਾ ਇਨਸਾਨ ਦੀ ਤਰ੍ਹਾਂ ਉਹਨਾਂ ਦੇ ਅੰਦਰ ਅਹਿਸਾਸ, ਉਹ ਫੀਲਿੰਗਸ, ਉਹ ਜਿਹੜਾ ਹੈਗਾ, ਉਹ ਜਿਹੜੀ ਸੱਤਾ ਜਿਹਨੂੰ ਅਸੀਂ ਪੂਰਨ ਸੱਤਾ ਆਖਦੇ ਹਾਂ, ਆਤਮਾ ਜਿਹਨੂੰ ਅਸੀਂ ਆਖਦੇ ਹਾਂ, ਉਹ ਨਹੀਂ ਪਾਈ ਜਾ ਸਕਦੀ ਉਹਦੇ ਅੰਦਰ। ਤੇ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਨਹੀਂ ਜੀ ਕੋਈ ਆਵਾਗੌਣ ਨਹੀਂ ਹੈ, ਸਰੀਰ ਹੈ ਸਾਡਾ, ਮਾਂ-ਬਾਪ ਦੇ ਆਪਸੀ ਸੰਬੰਧ ਤੋਂ ਬਾਅਦ ਸਾਡੇ ਸਰੀਰ ਦੀ ਬਣਤਰ ਬਣੀ, ਅਸੀਂ ਸਰੀਰ 'ਚ ਪੈਦਾ ਹੋ ਕੇ ਸੰਸਾਰ ਤੇ ਆਏ, ਜੋ ਕੁਝ ਮਰਜ਼ੀ ਕਰਦੇ ਰਹੋ ਇਸ ਸੰਸਾਰ ਦੇ ਉੱਤੇ, ਜੋ ਕਰੋਗੇ, ਮਾੜਾ ਕੰਮ ਕਰੋਗੇ, ਇੱਥੇ ਕਾਨੂੰਨ ਤੋੜੋਗੇ ਤੇ ਕਾਨੂੰਨ ਮੁਤਾਬਕ ਸਜ਼ਾ ਭੋਗੋਗੇ, ਮਰਨ ਤੋਂ ਬਾਅਦ ਕੁਝ ਨਹੀਂ ਹੁੰਦਾ। ਇਹੋ ਜਿਹੀ ਇੱਕ ਵਿਚਾਰਧਾਰਾ ਪਿਛਲੇ ਸਮੇਂ ਦੇ ਵਿੱਚ, ਅੱਜ ਤੋਂ ਕੁਝ ਦਹਾਕੇ ਪਹਿਲਾਂ ਬਹੁਤ ਜ਼ਿਆਦਾ ਪ੍ਰਚਲਿਤ ਹੋਈ ਸੀ, ਹੁਣ ਥੋੜ੍ਹੀ ਘਟ ਗਈ, ਕਿਉਂਕਿ ਇਹਦੇ ਉੱਤੇ ਸਾਇੰਸ ਨੇ ਬੜਾ ਹੀ ਕੰਮ ਕੀਤਾ ਹੈ। ਅੱਜ ਮੈਡੀਕਲ ਸਾਇੰਸ ਨੇ ਆਪਣੇ ਐਕਸਪੈਰੀਮੈਂਟਸ ਰਾਹੀਂ, ਆਪਣੇ ਤਜਰਬਿਆਂ ਰਾਹੀਂ ਇਹ ਕੀਤਾ ਹੈ ਕਿ ਅਸੀਂ, ਬਹੁਤ ਸਾਰੇ ਲੋਕ ਇਹ ਕਹਿੰਦੇ ਹੈ ਕਿ ਇਹ ਜਿਹੜੇ ਅਸੀਂ ਸੰਸਾਰ 'ਚ ਆ ਕੇ ਜੋ ਕੁਝ ਭੋਗਦੇ ਹਾਂ, ਉਹ ਜੈਨੇਟਿਕ ਹੈ, ਸਾਡੇ ਜਿਹੜੇ ਜੀਨਸ ਨੇ ਉਹਨਾਂ ਦੇ ਉੱਤੇ ਆਧਾਰਿਤ ਹੈ। ਅੱਜ ਸਾਇੰਸ ਨੇ, ਮੈਡੀਕਲ ਸਾਇੰਸ ਨੇ ਤੇ ਰਿਸਰਚ ਕੀਤੀ ਹੈ, ਇੱਕ ਮਾਂ-ਬਾਪ ਦੇ ਤੋਂ ਪੈਦਾ ਹੋਏ ਦੋ ਵੱਖ-ਵੱਖ ਬੱਚੇ, ਮਾਂ ਵੀ ਉਹੀ ਹੈ, ਪਿਓ ਵੀ ਉਹੀ ਹੈ, ਉਹਨਾਂ ਦੋਹਾਂ ਦਾ ਜੈਨੇਟਿਕ ਕੰਬੀਨੇਸ਼ਨ ਸੇਮ ਹੈ। ਇੱਕ ਬੱਚੇ ਦਾ ਸੁਭਾਅ ਹੋਰ ਹੈ, ਦੂਜੇ ਬੱਚੇ ਦਾ ਸੁਭਾਅ ਹੋਰ ਹੈ। ਉਹਨਾਂ ਨੇ, ਸਾਇੰਸ ਨੇ ਅੱਜ ਇਹਦੇ ਉੱਤੇ ਬੜੀ ਰਿਸਰਚ ਹੋ ਚੁੱਕੀ ਡਾਕਟਰ ਸਾਹਿਬ। ਬੇਸ਼ੱਕ ਥੋੜ੍ਹੀ ਜਿਹੀ ਗੱਲ ਇੱਕ ਪਾਸੇ ਚੱਲ ਗਈ, ਪਰ ਸਾਡੇ ਦਰਸ਼ਕਾਂ ਲਈ ਇਹ ਲਾਹੇਵੰਦ ਹੋਊਗੀ। ਭਈ ਇੱਕ ਮਾਂ-ਬਾਪ ਦੇ ਦੋ ਬੱਚੇ ਨੇ ਜਿਹੜੇ, ਉਹਨਾਂ ਨੂੰ ਬਿਲਕੁਲ ਇੱਕੋ ਜਿਹੇ ਮਾਹੌਲ ਦੇ ਵਿੱਚ ਰੱਖਿਆ ਗਿਆ, ਇੱਕੋ ਜਿਹੇ ਉਹਨਾਂ ਨੂੰ ਸੁੱਖ ਆਰਾਮ ਦਿੱਤੇ ਗਏ, ਇੱਕੋ ਜਿਹੀਆਂ ਹੀ ਉਹਨਾਂ ਦੀਆਂ ਡਿਊਟੀਆਂ ਕਲੀਅਰ ਕੀਤੀਆਂ ਗਈਆਂ, ਇੱਕੋ ਜਿਹੀ ਹੀ ਉਹਨਾਂ ਦੀ ਟ੍ਰੇਨਿੰਗ, ਐਜੂਕੇਸ਼ਨ ਕਰਵਾਈ ਗਈ। ਉਸ ਦੇ ਬਾਵਜੂਦ ਵੀ ਸਾਇੰਸਦਾਨ ਇਹ ਵੇਖ ਕੇ ਕਨਫਿਊਜ਼ ਹੋ ਗਏ, ਹੈਰਾਨ ਹੋ ਗਏ ਕਿ ਇਹ ਦੋਨੋਂ ਬੱਚੇ ਵੱਖਰੇ ਵੱਖਰੇ ਕਿਉਂ ਨੇ। ਇੱਕ ਮਾਂ-ਬਾਪ ਤੋਂ ਪੈਦਾ ਹੋਏ ਨੇ ਦੋਨੋਂ ਬੱਚੇ, ਇੱਕ ਤਰੀਕੇ ਦੇ ਨਾਲ ਉਹਨਾਂ ਦੀ ਪਾਲਣਾ ਪੋਸ਼ਣਾ ਹੋਈ ਹੈ, ਇੱਕੋ ਜਿਹੇ ਮਾਹੌਲ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਹੈ। ਉਸ ਦੇ ਬਾਵਜੂਦ ਵੀ ਉਹਨਾਂ ਦੇ ਸੁਭਾਅ ਵੀ ਵੱਖਰੇ ਨੇ, ਉਹਨਾਂ ਦੀ ਦਿਮਾਗ ਦੀ ਜਿਹੜੀ ਪਹੁੰਚ ਹੈ ਉਹ ਵੀ ਵੱਖਰੀ ਹੈ,
ਔਰ ਉਹਨਾਂ ਦੀਆਂ ਆਦਤਾਂ ਵੀ ਵੱਖਰੀਆਂ ਹੈ ਕਿ ਇੱਕ ਬੱਚੇ ਨੂੰ ਕੋਈ ਹੋਰ ਚੀਜ਼ ਚੰਗੀ ਲੱਗਦੀ ਹੈ, ਦੂਜੇ ਨੂੰ ਕੋਈ ਦੂਸਰੀ ਚੀਜ਼ ਚੰਗੀ ਲੱਗਦੀ ਹੈ। ਇਸ ਤੋਂ ਬਾਅਦ ਸਾਇੰਸ ਇਸ ਗੱਲ ਤੇ ਪਹੁੰਚੀ ਹੈ ਕਿ ਸਾਰਾ ਕੁਝ ਜੈਨੇਟਿਕ ਨਹੀਂ ਹੈ। ਜਦੋਂ ਅਸੀਂ ਗੁਰਬਾਣੀ ਦੇ ਆਧਾਰ ਦੇ ਉੱਤੇ ਇਹ ਗੱਲ ਕਰਦੇ ਹਾਂ ਕਿ ਅਸੀਂ ਆਪਣੇ ਕੀਤੇ ਕਰਮਾਂ ਦੇ ਮੁਤਾਬਕ ਦੁਆਰਾ ਜਨਮ ਲੈ ਕੇ ਆਪਣਾ ਕਰਮ ਭੋਗਦੇ ਹਾਂ, ਆਪਣੇ ਸੰਸਕਾਰਾਂ ਦੇ ਮੁਤਾਬਕ ਆਪਣੇ ਜ਼ਿੰਦਗੀ ਜਿਉਨੇ ਆ, ਤੇ ਸਾਇੰਸ ਨੇ ਬੇਸ਼ੱਕ ਇਹ ਗੱਲ ਖੁੱਲ੍ਹ ਕੇ ਸਵੀਕਾਰ ਤਾਂ ਨਹੀਂ ਕੀਤੀ, ਪਰ ਉਹਨਾਂ ਨੇ ਇਹਨੂੰ ਡਿਨਾਈ ਵੀ ਨਹੀਂ ਕੀਤਾ, ਇਹਨੂੰ ਝੂਠਾ ਵੀ ਨਹੀਂ ਆਖਿਆ, ਕਿਉਂਕਿ ਉਹਨਾਂ ਦੀ ਜਿਹੜੀ ਰਿਸਰਚ ਹੈ ਉਹ ਇੱਥੋਂ ਤੱਕ ਨਹੀਂ ਪਹੁੰਚਦੀ। ਇਹਦਾ ਮਤਲਬ ਇਹ ਹੋਇਆ ਕਿ ਜਿੱਦਾਂ ਦੇ ਕੰਮ ਕਰਕੇ, ਸ਼ਾਇਦ ਪਿਛਲੇ ਹਫ਼ਤੇ ਆਪਾਂ ਗੱਲ ਕੀਤੀ ਸੀ, ਜਿਹੋ ਜਿਹਾ ਕੰਮ ਅਸੀਂ ਵਾਰ-ਵਾਰ ਕਰਦੇ ਹਾਂ ਉਹ ਸਾਡਾ ਆਦਤ ਬਣ ਜਾਂਦੀ ਹੈ। ਉਹ ਜਿਹੜੀ ਆਦਤ ਹੈ ਉਹ ਪੱਕ ਕੇ ਸੁਭਾਅ ਬਣ ਜਾਂਦਾ ਹੈ, ਤੇ ਉਹ ਜਿਹੜਾ ਸੁਭਾਅ ਹੈ ਉਹ ਸਾਡੇ ਸੰਸਕਾਰ ਬਣ ਜਾਂਦੇ ਨੇ। ਉਹ ਮਰਨ ਤੋਂ ਬਾਅਦ ਸਾਡੇ ਕੀਤੇ ਕੰਮਾਂ ਦੇ ਜਿਹੜੇ ਸੰਸਕਾਰ ਨੇ ਉਹ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਉੱਤੇ ਸਾਡੇ ਨਾਲ ਹੀ ਚਲੇ ਜਾਂਦੇ ਨੇ, ਸ਼ੈਡੋ ਦੀ ਤਰ੍ਹਾਂ। ਤੇ ਉਹਨਾਂ ਕੀਤੇ ਕਰਮਾਂ ਦੇ ਮੁਤਾਬਕ ਹੀ ਜੋ ਅਸੀਂ ਸਾਰੀ ਜ਼ਿੰਦਗੀ ਕੀਤਾ ਹੈ ਉਹਦੇ ਮੁਤਾਬਕ ਹੀ ਸਾਡਾ ਉੱਥੇ ਜਾ ਕੇ ਨਵੇੜਾ ਹੁੰਦਾ ਹੈ। ਨਵੇੜਾ ਹੋਣ ਸਮੇਂ ਮੈਨੂੰ ਇਹਦੇ ਵਿੱਚ ਕੋਈ ਸ਼ੱਕ ਸ਼ੁਬਾ ਨਹੀਂ, ਮੈਨੂੰ ਇਹੀ ਗੱਲ ਸਮਝ ਆਈ ਹੈ, ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਬਿਲਕੁਲ ਰਮਜ਼ਾਂ ਦੇ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਮਨੁੱਖ ਆਪਣੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਧਰਮਰਾਜ ਦੀ ਦਰਗਾਹ ਦੇ ਵਿੱਚ, ਉਹ ਇੱਕ ਵੱਖਰਾ ਵਿਸ਼ਾ ਆਪਾਂ ਅਗਲੇ ਹਫ਼ਤੇ ਦੇ ਉੱਤੇ ਗੱਲ ਕਰਾਂਗੇ, ਬਹੁਤ ਲੰਮਾ ਵਿਸ਼ਾ ਹੈ, ਆਪਾਂ ਕਨਫਿਊਜ਼ ਨਹੀਂ ਕਰਨਾ। ਉਹਦੇ ਮੁਤਾਬਕ ਮਨੁੱਖ ਅਗਲਾ ਜਨਮ ਧਾਰਨ ਕਰਦਾ ਹੈ। ਉਹ ਜਿਹੜਾ ਮਨੁੱਖ ਜਨਮ ਧਾਰਨ ਕਰਦਾ ਹੈ ਉਹ ਆਪਣੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਧਾਰਨ ਕਰਦਾ ਹੈ, ਤੇ ਮਾਂ-ਬਾਪ ਦੇ ਘਰ ਪੈਦਾ ਹੋਣ ਤੋਂ ਬਾਅਦ ਉਹ ਆਪਣੇ ਕੀਤੇ ਕਰਮਾਂ ਦੇ ਜਿਹੜੇ ਸੰਸਕਾਰ ਹੈ ਉਹਦੇ ਮੁਤਾਬਕ ਆਪਣਾ ਅਗਲਾ ਜੀਵਨ ਭੋਗਦਾ ਹੈ। ਜਨਮ ਲੈਣ ਤੋਂ ਪਹਿਲਾਂ ਉਹ ਧਰਮਰਾਜ ਨਾਲ, ਅਕਾਲ ਪੁਰਖ ਨਾਲ, ਆਪਣੇ ਆਪ ਨਾਲ ਜਾਂ ਕਿਸੇ ਹੋਰ ਸ਼ਕਤੀ ਦੇ ਸਾਹਮਣੇ ਇਹ ਵਾਅਦਾ ਕਰਦਾ ਹੈ ਕਿ ਪਿਛਲੇ ਜਨਮ ਦੇ ਵਿੱਚ ਮੈਂ ਕਰਮਾਂ ਦੀ ਇੰਨੀ ਮੈਲ ਆਪਣੀ ਆਤਮਾ ਤੇ ਚਾੜ ਕੇ ਲਿਆਇਆ ਸੀ, ਅਗਲੇ ਜਨਮ ਦੇ ਵਿੱਚ ਉਦੋਂ ਇੰਨਾ ਕੁ ਹਿੱਸਾ ਮੈਂ ਉਹ ਮੈਲ ਸਾਫ਼ ਕਰਨ ਵਾਸਤੇ ਜਾਣਾ ਹੈ, ਤੇ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਉਹ ਮੈਲ ਸਾਫ਼ ਕਰਨੀ ਹੈ। ਜਦੋਂ ਤੱਕ ਮੈਂ ਮੁਕਤ ਨਹੀਂ ਹੋ ਜਾਂਦਾ ਹੈ, ਮੈਂ ਉਹਦੇ ਵਰਗਾ ਹੀ ਨਹੀਂ ਹੋ ਜਾਂਦਾ ਜਿਹਨੇ ਮੈਨੂੰ ਪੈਦਾ ਕੀਤਾ, ਉਦੋਂ ਤੱਕ ਮੈਂ ਜਨਮ ਮਰਨ ਦੇ ਵਿੱਚ ਆਉਂਦਾ ਰਵਾਂਗਾ। ਪਰ ਜਦੋਂ ਬੰਦਾ ਮਰਦਾ ਹੈ ਉਸ ਵੇਲੇ ਜਦੋਂ ਉਹਦੇ ਸਾਹਮਣੇ ਉਹ ਕੀਤੇ ਕੰਮ ਉੱਪਰ ਕੇ ਸਾਹਮਣੇ ਆਉਂਦੇ ਹੈ, ਉੱਥੇ ਉਹਨੂੰ ਫਿਰ ਹੈਰਾਨੀ ਹੁੰਦੀ ਹੈ, ਮੈਂ ਤਾਂ ਗਿਆ ਸੀ ਕਰਮਾਂ ਦੀ ਮੈਲ ਲਾਉਣ ਵਾਸਤੇ, ਹੋਇਆ ਇਸ ਤੋਂ ਉਲਟ, ਮੈਂ ਤਾਂ ਕਰਮਾਂ ਦੀ ਮੈਲ ਲਾਉਂਦਾ ਲਾਉਂਦਾ ਹੋਰ ਵਧਾ ਕੇ ਆ ਗਿਆ, ਹੁਣ ਮੈਨੂੰ ਇਹਦੇ ਲਈ ਵੱਖਰਾ ਉਦਮ ਕਰਨਾ ਪੈਣਾ ਹੈ। ਇਸ ਤਰੀਕੇ ਨਾਲ ਸਾਡੇ ਕੀਤੇ ਕਰਮ ਨੇ ਜਿਹੜੇ, ਉਹਨਾਂ ਦੇ ਮੁਤਾਬਕ ਮਨੁੱਖ ਉਹਦਾ ਫਲ ਭੋਗਦਾ ਹੈ, ਚਾਹੇ ਉਹ ਫਲ ਇਸ ਜਨਮ 'ਚ ਭੋਗਦਾ ਹੈ ਜਾਂ ਉਹਦੇ ਵਾਸਤੇ ਅਗਲੇ ਜਨਮ ਦੇ ਵਿੱਚ ਉਹ ਫਲ ਭੋਗਦਾ ਹੈ। ਜਦੋਂ ਤੱਕ ਉਹ ਫਲ ਖਤਮ ਨਹੀਂ ਹੋ ਜਾਂਦਾ, ਜਦੋਂ ਤੱਕ ਉਹਦੀ ਮੁਕਤੀ ਨਹੀਂ ਹੋ ਜਾਂਦੀ, ਤਦ ਤੱਕ ਮਨੁੱਖ ਬਾਰ-ਬਾਰ ਜੰਮਦਾ ਮਰਦਾ ਰਹਿੰਦਾ ਹੈ। ਤੇ ਮੁਕਤ ਹੋਣ ਵਾਸਤੇ ਜਿਹੜੇ ਸਾਡੇ ਕਰਮ ਨੇ, ਲੇਖੇ ਕਤੇ ਨਾ ਛੁੱਟੀ ਹੈ ਖਿਨ ਖਿਨ ਭੁੱਲਣ ਹਾਰ, ਮਨੁੱਖ ਆਪਣੀ ਸਮਰੱਥਾ ਨਾਲ ਨਹੀਂ ਬਚ ਸਕਦਾ। ਉੱਥੇ ਬਾਰ-ਬਾਰ ਇਹ ਗੱਲ ਆਈ ਹੈ, ਗੁਰੂ ਦੀ ਸ਼ਰਨ ਵਿੱਚ ਆ, ਗੁਰੂ ਦੱਸੇਗਾ ਜ਼ਿੰਦਗੀ ਕਿਵੇਂ ਜਿਉਣੀ ਹੈ, ਤੇ ਗੁਰੂ ਦੱਸੇਗਾ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਕਿਹੜਾ ਹੈ ਜਿਹਦੇ ਨਾਲ ਤੇਰੇ ਕੀਤੇ ਪੁਰਾਣੇ ਕੰਮਾਂ ਦਾ ਸੰਸਕਾਰ ਜਿਹੜੇ ਨੇ ਧੋਤੇ ਜਾ ਸਕਦੇ ਨੇ। ਇਸ ਕਰਕੇ ਵਾਰ-ਵਾਰ ਸਾਨੂੰ ਗੁਰੂ ਦੀ ਸ਼ਰਨ ਵਿੱਚ, ਗੁਰੂ ਦੇ ਆਖੇ ਲੱਗਣ ਦੀ, ਗੁਰੂ ਦੀ ਗੱਲ ਨੂੰ ਵਿਚਾਰਨ ਦੀ, ਮੰਨਣ ਦੀ, ਸਮਝਣ ਦੀ, ਤੇ ਉਹਦੇ ਅਨੁਸਾਰ ਜ਼ਿੰਦਗੀ ਜਿਉਣ ਦੀ ਤਾਕੀਦ ਕੀਤੀ ਗਈ ਹੈ। ਪਰ ਇੱਕ ਗੱਲ ਸਪਸ਼ਟ ਹੈ ਕਿ ਮਨੁੱਖ ਆਪਣੇ ਕੀਤੇ ਕੰਮਾਂ ਦੇ ਮੁਤਾਬਕ ਉਹਦਾ ਫਲ ਭੋਗਦਾ ਹੈ। ਉਹਦੇ ਵਾਸਤੇ ਉਹਨੂੰ ਕਈ ਜਨਮਾਂ ਦੇ ਵਿੱਚ ਆਉਣਾ ਪੈ ਸਕਦਾ ਹੈ। ਉਹ ਕਿਹੜੇ ਤਰੀਕੇ ਨੇ, ਉਹਦੀ ਗੱਲ ਆਪਾਂ ਡਾਕਟਰ ਸਾਹਿਬ ਬਾਅਦ 'ਚ ਕਰਦੇ ਹਾਂ। ਤੁਸੀਂ ਸ਼ਾਇਦ ਇੱਥੇ ਕੁਝ ਐਡ ਕਰਨਾ ਚਾਹੋਗੇ। ਮੈਂ ਸਿਰਫ ਇਹ ਐਮਫਸਾਈਜ਼ ਕਰਨਾ, ਜਿਹੜੀ ਤੁਸੀਂ ਗੱਲ ਪਹਿਲਾਂ ਕਹਿ ਗਈ ਹੋ ਕਿ ਆਪਣੇ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇ, ਕਿਉਂਕਿ ਇਹਨਾਂ ਪ੍ਰੋਗਰਾਮਾਂ ਤੋਂ ਅਸੀਂ ਕੁਝ ਸਿੱਖਣਾ ਹੈ। ਸਿਆਣੇ ਕਹਿੰਦੇ ਨੇ, ਭਾਈ ਸਾਹਿਬ ਨੇ ਦੱਸਿਆ ਕਿ ਅੱਧਾ ਪੌਣਾ ਘੰਟਾ ਜਿੱਦਾਂ ਬੈਠ ਕੇ ਸੌਣ ਤੋਂ ਪਹਿਲਾਂ ਜੇ 10 ਮਿੰਟ ਬੈਠ ਕੇ ਆਪਣੇ ਸਾਰੇ ਦਿਨ ਦਾ ਹਿਸਾਬ ਕਿਤਾਬ ਕਰ ਲਵੋ ਤਾਂ ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਮੈਂ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਕੀ ਕੁਝ ਕੀਤਾ, ਅਤੇ ਉਸ ਤੋਂ ਬਾਅਦ ਉਹਨਾਂ ਤੋਂ ਬਚਣਾ ਹੈ। ਦੂਸਰੀ ਗੱਲ ਜਿਹੜੀ ਸੀ ਭਾਈ ਸਾਹਿਬ ਦੀ, ਕਿ ਜਿਹੜਾ ਕੀਤੇ ਹੋਏ ਕਰਮ
ਉਹਨਾਂ ਅਨੁਸਾਰ ਅਸੀਂ ਜਨਮ ਲੈਂਦੇ ਆ, ਉਹ ਕੀਤੇ ਹੋਏ ਕਰਮ ਭੋਗਣੇ ਪੈਂਦੇ ਨੇ। ਅੱਜ ਕੱਲ੍ਹ ਦਾ ਬੱਚਾ ਸਾਇੰਟੀਫਿਕ ਯੁੱਗ ਦੇ ਵਿੱਚ ਉਹਨਾਂ ਨੂੰ ਹੋਰ ਨਹੀਂ ਤਾਂ ਉਹਨਾਂ ਨੂੰ ਕੰਪਿਊਟਰ ਦੇ ਹਾਰਡ ਡਰਾਈਵ ਦਾ ਤਾਂ ਪਤਾ ਹੀ ਆ ਨਾ। ਉਹ ਕਰਮ ਤੁਹਾਡੇ ਹਾਰਡ ਡਰਾਈਵ ਤੇ ਜਿਹੜਾ ਸਬਕੌਂਸ਼ੀਅਸ ਮਾਈਂਡ ਆ ਉਹਦੇ ਉੱਤੇ ਲਿਖੇ ਜਾਂਦੇ ਨੇ। ਜਿੰਨਾ ਚਿਰ ਸਫਾਈ ਨਹੀਂ ਕਰਦੇ ਉਹਨਾਂ ਚਿਰ ਉੱਥੇ ਰਹਿਣੇ ਨੇ। ਅਤੇ ਆਤਮਾ ਕੀ ਹੈ? ਇਟਸ ਏ ਸੋਰਸ ਆਫ ਐਨਰਜੀ। ਤੇ ਸਾਇੰਸ ਵਾਲੇ ਪੜ੍ਹੇ ਲਿਖੇ ਜੰਮਦੇ ਨੇ, ਐਨਰਜੀ ਨੈਵਰ ਡਾਈਜ਼। ਉਹ ਆਪਣੀ ਸ਼ਕਲ ਉਹ ਟਰਾਂਸਫਾਰਮ ਹੋ ਜਾਂਦੀ, ਸ਼ਕਲ ਚੇਂਜ ਕਰ ਲੈਂਦੀ ਹੈ, ਐਨਰਜੀ ਮਰਦੀ ਨਹੀਂ। ਤੇ ਮੈਂ ਭਾਈ ਸਾਹਿਬ ਜੀ ਪ੍ਰੋਫੈਸਰ ਸ਼ੇਰ ਸਿੰਘ ਦੀ ਉਹਦੀ ਕਿਤਾਬ ਵਿੱਚ ਜੋ ਲਿਖਿਆ ਸੀ, ਅੱਗੇ ਵੀ ਆਪਾਂ ਦੁਹਰਾ ਚੁੱਕੇ ਹਾਂ, ਜੇ ਮੈਂ ਦੁਹਰਾ ਦੇਵਾਂ, ਉਹ ਕਹਿੰਦਾ ਹੈ ਕਿ ਜਿਹੜੇ ਕਰਮ ਨੇ ਤੁਹਾਡੇ, ਕਿਉਂਕਿ ਸੋਰਸ ਆਫ ਐਨਰਜੀ ਆਤਮਾ ਹੈ, ਉਹ ਆਤਮਾ ਇੰਨੀ ਉਹਦੀ ਫ੍ਰੀਕੁਐਂਸੀ ਇੰਨੀ ਛੋਟੀ ਹੈ, ਛੋਟੀ ਹੈ, ਛੋਟੀ ਹੈ ਕਿ ਕਿਉਂਕਿ ਜਿੰਨੀ ਫ੍ਰੀਕੁਐਂਸੀ ਛੋਟੀ ਹੋਵੇ ਉਨਾ ਤੁਸੀਂ ਜ਼ਿਆਦਾ ਉਹਦੇ ਵਿੱਚ ਸਮਾਨ ਸਟੋਰ ਕਰ ਸਕਦੇ ਹੋ। ਜਿਸ ਤਰ੍ਹਾਂ ਟਿਪੀਕਲ ਐਗਜ਼ਾਮਪਲ ਹੈ ਲੌਂਗ ਵੇਵ, ਤੁਸੀਂ ਤਾਂ ਬਰਮਿੰਘਮ ਤੋਂ ਫੜ ਲਵੋਗੇ ਰੇਡੀਓ ਤੇ। ਦੂਰ ਜਾਣਾ ਇੰਡੀਆ ਤੋਂ, ਤੁਹਾਨੂੰ ਉੱਥੇ ਸ਼ਾਰਟ ਵੇਵ ਜਾਂ ਮਾਈਕ੍ਰੋਵੇਵ ਜਿਹੜੀਆਂ ਹੁਣ ਚੰਦ ਤੋਂ ਵੀ ਆਉਂਦੀਆਂ ਨੇ, ਨੈਨੋ ਵੇਵ, ਉਹਨਾਂ ਦੀ ਫ੍ਰੀਕੁਐਂਸੀ ਛੋਟੀ ਤੋਂ ਛੋਟੀ ਹੋਈ ਜਾਣੀ। ਜਿੰਨੀ ਛੋਟੀ ਹੋਵੇਗੀ ਓਨੀ ਉਹ ਦੂਰ ਟਰੈਵਲ ਕਰੇਗੀ। ਭਾਵ ਉਹਨਾਂ ਉਹਦੇ ਵਿੱਚ ਮਟੀਰੀਅਲ, ਉਹਨਾਂ ਉਹਦੇ ਵਿੱਚ ਜਿਹੜਾ ਮੈਸੇਜਸ ਆ ਉਹ ਜ਼ਿਆਦਾ ਸਟੋਰ ਹੋਣਗੇ। ਤਾਂ ਇਹ ਆਤਮਾ ਦੀ ਫ੍ਰੀਕੁਐਂਸੀ ਇੰਨੀ ਛੋਟੀ ਹੈ ਕਿ ਇਹਦੇ ਵਿੱਚ ਜਨਮਾਂ ਜਨਮਾਂ ਦੇ ਤੁਹਾਡੇ ਕੀਤੇ ਹੋਏ ਕਰਮ ਸਟੋਰ ਹੋ ਜਾਂਦੇ ਨੇ। ਅਤੇ ਜਦੋਂ ਮਨੁੱਖ ਮਰਦਾ ਹੈ, ਆਤਮਾ ਉੱਡਦੀ ਹੈ। ਤੇ ਆਤਮਾ ਉਹ ਜਿਹੜੇ ਕਰਮ ਹੈ ਨਾ, ਉਹ ਆਪਣਾ ਆਲਾ ਲੱਭਦੀ ਹੈ। ਜਿਸ ਤਰ੍ਹਾਂ ਰੇਡੀਓ ਤੁਸੀਂ ਟਿਊਨ ਕਰੋ ਨਾ, ਤੁਸੀਂ ਟਿਊਨ ਕਰੋਗੇ ਇੰਡੀਆ ਤਾਂ ਫੇਰ ਆਵੇਗੀ, ਫ੍ਰੀਕੁਐਂਸੀ ਦਾ ਉੱਤੇ ਹੀ ਹੈ ਨਾ। ਉੱਥੋਂ ਪ੍ਰੋਗਰਾਮ ਜੋ ਕੀਤਾ ਰਿਲੇ ਕੀਤਾ ਉਹ ਤਾਂ ਹਵਾ ਵਿੱਚ ਨਹੀਂ ਨਾ, ਟਿਊਨ ਜਿਹੜਾ ਹੋਵੇਗਾ। ਇਸੇ ਤਰ੍ਹਾਂ ਮਾਤਾ ਪਿਤਾ ਉਹ ਆਪਣਾ ਲੱਭਦੇ, ਜਿਹੜਾ ਮਾਤਾ ਪਿਤਾ ਉਹਦੀ ਫ੍ਰੀਕੁਐਂਸੀ ਨਾਲ ਟਿਊਨ ਹੋਵੇਗਾ। ਜਦੋਂ ਮਾਤਾ ਪਿਤਾ ਲੱਭ ਜਾਂਦਾ ਹੈ, ਫਿਰ ਉਹ ਜਨਮ ਲੈਂਦਾ ਹੈ, ਤਾਂ ਫਿਰ ਅਗਲੇ ਕਰਮ ਫੇਰ ਭੋਗਣੇ ਪੈਂਦੇ। ਸੋ ਭਾਈ ਸਾਹਿਬ ਜੀ ਅਗਾਂਹ ਹੁਣ ਚਲੋ ਕਿ ਇਹ ਜੋ ਸਾਰਾ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਵੀ ਵਰਣਨ ਕੀਤਾ ਕਿ ਹਿਸਾਬ ਕਿਤਾਬ ਸਭ ਕੁਝ ਹੁੰਦਾ ਹੈ। ਤੂੰ ਆਪਣੇ ਗਿਰੀਬਾਨ ਵਿੱਚ ਨੀਵਾਂ ਕਰਕੇ ਸੁਚੱਜਾ ਬਣ ਕੇ ਦੇਖ। ਤੇ ਇਹ ਜੋ ਆਪਾਂ ਹੁਣ ਗੁਰਮਤਿ ਦੀ ਗੱਲ ਕਰ ਲਈਏ, ਛੱਡੀਏ ਬਾਕੀ ਦੇ ਗੱਲਾਂ ਕਿ ਆਵਾਗੁਣ ਹੈ ਜਾਂ ਨਹੀਂ ਹੈ, ਤੇ ਕਰਮ ਭੋਗਣੇ ਪੈਂਦੇ ਨੇ। ਆਵਾਗੁਣ ਹੈ, ਮਨੁੱਖਾ ਜਨ ਦੁਬਾਰਾ ਆਉਂਦਾ ਹੈ। ਤੇ ਇਸ ਤੋਂ ਅਗਾਂਹ ਚਲੋ ਜੀ। ਡਾਕਟਰ ਸਾਹਿਬ, ਇੱਥੇ ਨਾ ਜਿਹੜੀ ਆਵਾਗੁਣ ਦੀ ਸਿਚੁਏਸ਼ਨ ਹੈ, ਉਹਦੇ ਬਾਰੇ ਬਹੁਤ ਸਾਰੇ ਸਵਾਲ ਨੇ ਲੋਕਾਂ ਦੇ, ਜਿਹਨਾਂ ਦਾ ਅਕਸਰ ਸਾਨੂੰ ਫੇਸ ਕਰਨਾ ਪੈਂਦਾ ਹੈ। ਇੱਕ ਤੇ ਇਹ ਹੈ ਵੀ ਜੇ ਮਨੁੱਖ ਆਪਣੇ ਪਿਛਲੇ ਕੀਤੇ ਕਰਮਾਂ ਨੂੰ ਠੀਕ ਕਰਨ ਵਾਸਤੇ ਹੀ ਜਨਮ ਲੈਂਦਾ ਹੈ, ਤਾਂ ਫਿਰ ਜਿਹੜੀਆਂ ਮਹਾਨ ਆਤਮਾਵਾਂ ਨੇ, ਉਹ ਸੱਜਣ ਨੇ ਸਵਾਲ ਕਰਨ ਵਾਲੇ ਨੇ ਮੈਨੂੰ ਇਹ ਕਿਹਾ ਸੀ ਵੀ ਜੇ ਮਨੁੱਖ ਆਪਣੇ ਕਰਮਾਂ ਕਰਕੇ ਜਨਮ ਲੈਂਦਾ ਹੈ, ਫਿਰ ਗੁਰੂ ਨਾਨਕ ਸਾਹਿਬ ਨੂੰ ਇਸ ਸੰਸਾਰ ਤੇ ਕਿਉਂ ਆਉਣਾ ਪਿਆ? ਇੱਕ ਸਵਾਲ ਹੈ। ਇਹਦੇ ਲਈ ਫਿਰ ਕੁਝ ਲੋਕਾਂ ਦਾ ਇਹ ਸਵਾਲ ਹੈ ਕਿ ਕੀ ਜਨਮ ਮਰਨ, ਜਦੋਂ ਮਨੁੱਖ ਮਰ ਜਾਂਦਾ ਹੈ, ਕੀ ਉਹਨੂੰ ਵਾਪਸ ਫਿਰ ਉਹ 84 ਲੱਖ ਜੂਨ ਦੇ ਚੱਕਰ 'ਚ ਪੈਣਾ ਪੈਂਦਾ ਹੈ? 84 ਲੱਖ ਤੋਂ ਮਤਲਬ ਬਹੁਤ ਲੰਮਾ ਟਰੈਵਲ ਜਿਹੜਾ ਹੈ, ਮਤਲਬ ਹਵਾ, ਪਾਣੀ, ਬਨਸਪਤੀ, ਜੀਵ ਜੰਤੂ, ਪਸ਼ੂ, ਇਹਨਾਂ ਵਿੱਚ ਲੰਘ ਕੇ ਦੁਬਾਰਾ ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ, ਜਾਂ ਮਰਨ ਤੋਂ ਬਾਅਦ ਮਨੁੱਖ ਦੁਬਾਰਾ ਫਿਰ ਮਨੁੱਖਾ ਜਨਮ ਦੇ ਵਿੱਚ ਹੀ ਆਉਂਦਾ ਹੈ। ਇਹਦੇ ਸੰਬੰਧ ਵਿੱਚ ਬਹੁਤ ਸਾਰਾ ਕੰਮ ਵਿਦਵਾਨਾਂ ਨੇ ਕੀਤਾ ਹੈ। ਪਿਛਲੇ ਹਫ਼ਤੇ ਆਪਾਂ ਗੱਲ ਕੀਤੀ ਸੀ ਕਿ ਜਿੰਨੇ ਵੀ ਆਰੀਅਨ ਧਰਮ ਨੇ, ਉਹਨਾਂ ਦੇ ਵਿੱਚ ਹਿੰਦੂ, ਜੈਨੀ, ਪਾਰਸੀ ਤੇ ਇੰਡੀਪੈਂਡੈਂਟ, ਉਹਨਾਂ ਸਾਰਿਆਂ ਦੇ ਵਿੱਚੋਂ ਬਾਅਦ ਵਿੱਚ ਪੈਦਾ ਹੋਇਆ ਸਿੱਖ ਧਰਮ, ਇਹ ਸਾਰੇ ਉਸ ਆਵਾਗੁਣ ਨੂੰ ਮੰਨਦੇ ਨੇ। ਬੁੱਧ ਧਰਮ ਜਿਹੜਾ ਹੈ ਉਹ ਕਰਮ ਪ੍ਰਧਾਨ ਦੀ ਗੱਲ ਕਰਦਾ ਹੈ, ਆਵਾਗੁਣ ਦੀ ਗੱਲ ਬਾਰੇ ਉਹ ਚੁੱਪ ਹੈ, ਪਰ ਉਹ ਇਹ ਕਹਿੰਦਾ ਹੈ ਕਿ ਕਰਮਾਂ ਦੇ ਮੁਤਾਬਕ ਮਨੁੱਖ ਨੂੰ ਜਿਹੜਾ ਉਹਦੇ ਫਲ ਜਾਂ ਸਜ਼ਾ ਜਿਹੜੀ ਹੈ ਉਹ ਮਿਲਦੀ ਹੈ। ਕਿਵੇਂ ਮਿਲਦੀ ਹੈ, ਇਹਦੇ ਬਾਰੇ ਬੁੱਧ ਧਰਮ ਸਪਸ਼ਟ ਨਹੀਂ ਕਰਦਾ। ਜਿਹੜੇ ਦੂਸਰੇ ਸਾਮੀ ਧਰਮ ਨੇ, ਇਸਲਾਮ ਹੈ, ਕ੍ਰਿਸਚੈਨਿਟੀ ਹੈ, ਤੇ ਦੂਜਾ ਜੂਸ ਨੇ, ਉਹ ਆਵਾਗੁਣ ਨੂੰ ਨਹੀਂ ਮੰਨਦੇ। ਉਹ ਇਹ ਕਹਿੰਦੇ ਨੇ ਕਿ ਮਨੁੱਖ, ਉਹ ਸਾੜਦੇ ਵੀ ਇਸੇ ਕਰਕੇ ਨਹੀਂ
ਕਿ ਮਰਨ ਤੋਂ ਬਾਅਦ ਜੀਵ ਨੂੰ, ਬੰਦੇ ਨੂੰ ਜਾਂ ਜਨਾਨੀ ਨੂੰ ਕਬਰ ਦੇ ਵਿੱਚ ਪਾ ਕੇ ਦੱਬ ਦਿੱਤਾ ਜਾਂਦਾ ਤੇ ਉਹਦੀ ਆਤਮਾ ਵੀ ਉੱਥੇ ਰਹਿੰਦੀ ਹੈ। ਤੇ ਜਦੋਂ ਉਹਦਾ ਪੈਗੰਬਰ ਆਉਂਦਾ ਤੇ ਉਹਨਾਂ ਨੂੰ ਉਠਾਉਂਦਾ ਜਦੋਂ, ਤੇ ਉਹ ਜਿਹੜੇ ਦੋ ਦੇਵਤੇ ਨੇ ਜਾਂ ਉਹਨਾਂ ਦੇ ਜਿਹੜੇ ਹੈਗੇ ਨੇ ਪੀਰ ਨੇ, ਜਿਹੜੇ ਸੱਜੇ ਖੱਬੇ ਮੋਢੇ ਤੇ ਬੈਠੇ, ਉਹਨਾਂ ਦੇ ਲਿਖੇ ਹੋਏ ਹਿਸਾਬ ਦੇ ਮੁਤਾਬਕ ਜਾਂ ਉਹਨਾਂ ਨੂੰ ਸਵਰਗ 'ਚ ਭੇਜ ਦਿੰਦਾ ਜਾਂ ਉਹਨਾਂ ਨੂੰ ਨਰਕ 'ਚ ਭੇਜ ਦਿੰਦਾ। ਅਸੀਂ ਗੱਲ ਕਰਦੇ ਹਾਂ ਆਪਣਾ ਜਿਹੜਾ ਸਾਡੇ ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਦੇ ਸੰਬੰਧ ਵਿੱਚ ਗੱਲ ਕੀਤੀ ਹੈ। ਜਿਹੜੇ ਅਸੀਂ ਸਵਾਲ ਉਠਾਉਂਦੇ ਹਾਂ ਕਿ ਜਿਹੜੇ ਮਹਾਂਪੁਰਸ਼ ਨੇ, ਜਿਹੜੀਆਂ ਪਹੁੰਚੀਆਂ ਹੋਈਆਂ ਆਤਮਾਵਾਂ ਨੇ, ਉਹ ਇਸ ਸੰਸਾਰ ਦੇ ਵਿੱਚ ਦੁਬਾਰਾ ਜਨਮ ਕਿਉਂ ਲੈਂਦੀ ਹੈ। ਵਿਦਵਾਨਾਂ ਨੇ ਆਵਾਗਾਉਣ ਦੀਆਂ 3 ਸਟੇਜਸ ਵੱਖ-ਵੱਖ ਕੀਤੀਆਂ। ਇੱਕ ਜਿਹੜੀ ਹੈ ਨਾ, ਉਹ ਡਾਕਟਰ ਆਫ ਪ੍ਰੀ ਐਗਜ਼ਿਸਟੈਂਸ ਹੈ, ਪੂਰਵ ਅਸਤਰੀਤ ਸੰਸਕ੍ਰਿਤ ਦਾ ਸ਼ਬਦ ਹੈ। ਪੂਰਵ ਅਸਤਰੀਤ ਜਿਹੜੀ ਮਤਲਬ ਪ੍ਰੀ ਡਿਟਰਮਿਨ ਹੈ। ਇਹਦੇ ਵਿੱਚ ਪੈਦਾ ਹੋਣ ਵਾਲਾ ਜਿਹੜਾ ਜੀਵ ਹੈ ਉਹ ਆਲਰੇਡੀ ਮੁਕਤ ਹੋ ਚੁੱਕਾ ਹੈ, ਉਹਦੀ ਮੁਕਤੀ ਦੇ ਰਸਤੇ 'ਚ ਕੋਈ ਰੁਕਾਵਟ ਨਹੀਂ ਹੈ। ਪਰ ਉਹ ਜਿਹੜੀ ਰੂਹ ਹੈ ਉਹ ਬ੍ਰਹਿਮੰਡ ਦੇ ਵਿੱਚ ਜਿੱਥੇ ਵੀ ਹੈ ਉੱਥੇ ਬੜੇ ਲੰਮੇ ਸਮੇਂ ਤੋਂ ਰਹਿੰਦੀ ਹੈ। ਜਦੋਂ ਕਿਤੇ ਸੰਸਾਰ ਦੇ ਉੱਤੇ ਉਚੇਚੀ ਜ਼ਰੂਰਤ ਪੈਂਦੀ ਹੈ, ਫਿਰ ਅਕਾਲ ਪੁਰਖ ਦੇ ਹੁਕਮ ਦੇ ਨਾਲ ਉਹ ਜਿਹੜੀ ਆਤਮਾ ਹੈ, ਉਹ ਜਿਹੜੀ ਰੂਹ ਹੈ, ਉਹ ਸੰਸਾਰ ਦੇ ਉੱਤੇ ਪ੍ਰਗਟ ਹੁੰਦੀ ਹੈ। ਗੁਰੂ ਨਾਨਕ ਸਾਹਿਬ ਇਸੇ ਪਰਥਾਏ ਇਸ ਸੰਸਾਰ ਦੇ ਉੱਤੇ ਆਏ। ਜਦੋਂ ਭਾਈ ਗੁਰਦਾਸ ਜੀ ਹਵਾਲਾ ਦਿੰਦੇ ਆ ਨਾ ਭਈ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਜਦੋਂ ਦੁਨੀਆ ਦੇ ਲੋਕਾਂ ਦੀ ਪੁਕਾਰ, ਹਾਹਾਕਾਰ ਸੁਣੀ ਨਾ, ਫਿਰ ਗੁਰੂ ਨਾਨਕ ਦੀ ਜੋਤ ਇਸ ਸੰਸਾਰ ਤੇ ਪ੍ਰਗਟ ਹੋਈ। 10ਵੇਂ ਪਾਤਸ਼ਾਹ ਦੇ ਸੰਬੰਧ ਵਿੱਚ ਬਹੁਤ ਸਾਰਾ ਐਸੀਆਂ ਗੱਲਾਂ ਅਸੀਂ ਪ੍ਰਚਲਿਤ ਕੀਤੀਆਂ। ਬੇਸ਼ੱਕ ਵਿਦਵਾਨਾਂ ਦੀ ਉਹਦੇ ਬਾਰੇ ਵੱਖ-ਵੱਖ ਰਾਏ ਹੈ। ਜਦੋਂ ਉਹ ਕਹਿੰਦੇ ਨੇ ਕਿ ਮੇਰਾ ਇਸ ਸੰਸਾਰ 'ਚ ਆਉਣ ਨੂੰ ਜੀ ਨਹੀਂ ਕਰਦਾ ਸੀ, ਮੈਂ ਬੜੇ ਆਨੰਦ ਵਿੱਚ ਸੀ ਉੱਥੇ, ਪਰ ਅਕਾਲ ਪੁਰਖ ਨੇ ਕਿਹਾ ਇਸ ਸੰਸਾਰ ਤੇ ਧਰਮ ਦਾ ਨਾਸ ਹੁੰਦਾ ਜਾ ਰਿਹਾ ਹੈ, ਅਧਰਮ ਫੈਲਦਾ ਜਾ ਰਿਹਾ ਹੈ, ਹੁਣ ਤੁਸੀਂ ਵਾਪਸ ਸੰਸਾਰ ਦੇ ਮਾਤਲੋਕ ਵਿੱਚ ਜਾਓ, ਅਧਰਮ ਦਾ ਨਾਸ ਕਰੋ ਤੇ ਧਰਮ ਦੀ ਜੈ ਜੈਕਾਰ ਕਰੋ। ਤੇ ਗੁਰੂ ਸਾਹਿਬ ਇਸ ਦਾ ਸੰਸਾਰ ਦੇ ਉੱਤੇ ਆਪਣਾ ਸਰੀਰ ਧਾਰਨ ਕਰਕੇ ਗੁਰੂ ਨਾਨਕ ਦੀ ਦਸਵੀਂ ਜੋਤ ਦੇ ਰੂਪ ਦੇ ਵਿੱਚ ਉਹਨਾਂ ਨੇ ਸੰਸਾਰ ਦੀ ਅਗਵਾਈ ਕੀਤੀ। ਇਸ ਕਿਸਮ ਦੇ ਲੋਕ ਨੇ ਜਿਹੜੇ, ਉਹ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਦਾ ਡਾਕਟਰ ਆਫ ਦਾ ਪ੍ਰੀ ਐਗਜ਼ਿਸਟੈਂਸ, ਜਿਹੜੇ ਨੇ ਵੀ ਆਲਰੇਡੀ ਉਹਨਾਂ ਰੂਹਾਂ ਦਾ ਪਾਰ ਉਤਾਰਾ ਹੋਇਆ, ਮੁਕਤ ਹੋਈਆਂ ਨੇ ਰੂਹਾਂ। ਪਰ ਜਦੋਂ ਕਿਤੇ ਸੰਸਾਰ ਦੇ ਉੱਤੇ ਇਸ ਤਰੀਕਾ ਦੀ ਭੀੜਾ ਪੈਂਦੀ ਹੈ, ਭਾਰੀ ਪੈਂਦੀ ਹੈ, ਤੇ ਉਹਨਾਂ ਨੂੰ ਖਾਸ ਉਦੇਸ਼ ਦੇ ਨਾਲ ਇਸ ਸੰਸਾਰ ਦੇ ਉੱਤੇ ਭੇਜਿਆ ਜਾਂਦਾ ਹੈ ਮਨੁੱਖਤਾ ਦੇ ਭਲੇ ਵਾਸਤੇ। ਬੁੱਧ ਧਰਮ ਰੂਹਾਂ ਦੇ ਮਾਮਲੇ ਦੇ ਵਿੱਚ ਬਹੁਤ ਐਡਵਾਂਸ ਹੈ। ਉਹ ਮੈਡੀਟੇਸ਼ਨ ਤੇ ਬਹੁਤ ਜ਼ੋਰ ਦਿੰਦੇ ਨੇ, ਸ਼ਾਇਦ ਸਭ ਤੋਂ ਵੱਧ ਜ਼ੋਰ ਉਹ ਮੈਡੀਟੇਸ਼ਨ ਤੇ ਦਿੰਦੇ ਆ। ਅਸੀਂ ਬਹੁਤਾ ਸਮਝਣ ਦਾ ਯਤਨ ਨਹੀਂ ਕਰਦੇ। ਅਸੀਂ ਆਪਣੇ ਨੂੰ ਛੱਡ ਕੇ ਹਰ ਦੂਸਰੇ ਨੂੰ ਨਫ਼ਰਤ ਦੀ ਨਿਗਾਹ ਨਾਲ ਤਾਂ ਮਾੜਾ ਸਾਬਤ ਕਰਨ ਵਾਸਤੇ ਸਾਡਾ ਜ਼ੋਰ ਲੱਗਾ ਰਹਿੰਦਾ ਹੈ। ਪਰ ਜਿਹੜੇ ਬਾਕੀ ਲੋਕਾਂ ਦੇ ਵਿਸ਼ਵਾਸ ਨੇ, ਉਹਨਾਂ ਦੀਆਂ ਚੰਗੀਆਂ ਗੱਲਾਂ ਵਿਚਾਰ ਲੈਣੀਆਂ, ਜਾਣ ਲੈਣੀਆਂ ਨੁਕਸਾਨਦੇਹ ਨਹੀਂ ਹੁੰਦੀਆਂ। ਬੋਧੀਆਂ ਦੇ ਜਿਹੜੇ ਲਾਮਾਸ ਨੇ, ਉਹਨਾਂ ਦਾ ਇਹ ਵਿਚਾਰ ਹੈ, ਇਹ ਵਿਸ਼ਵਾਸ ਹੈ ਕਿ ਅਜੇ ਵੀ ਮਹਾਤਮਾ ਬੁੱਧ ਦੀ ਜਿਹੜੀ ਰੂਹ ਹੈ ਉਹ ਉਡੀਕ ਰਹੀ ਹੈ ਇਸ ਸੰਸਾਰ ਤੇ ਦੁਆਰਾ ਆਉਣ ਵਾਸਤੇ। ਉਹਨੂੰ ਯੋਗ ਮਾਤਾ ਪਿਤਾ ਨਹੀਂ ਮਿਲ ਰਹੇ ਜਾਂ ਅਕਾਲ ਪੁਰਖ ਦੀ ਹੁਕਮ ਦੇ ਮੁਤਾਬਕ ਉਹਨੂੰ ਵਾਪਸ ਆਉਣ ਦਾ ਅਜੇ ਹੁਕਮ ਨਹੀਂ ਹੋਇਆ, ਪਰ ਉਹ ਮਹਾਤਮਾ ਬੁੱਧ ਦੀ ਰੂਹ ਨੇ ਇਸ ਸੰਸਾਰ ਦੇ ਉੱਤੇ ਦੁਆਰਾ ਪ੍ਰਗਟ ਹੋਣਾ ਹੈ। ਸਾਡਾ ਇਹ ਵਿਸ਼ਾ ਨਹੀਂ, ਮਤਲਬ ਸਾਡੀ ਇੰਨਾ ਹੀ ਕਹਿਣਾ ਬਣਦਾ ਹੈ ਕਿ ਉਹ ਜਿਹੜੀ ਰੂਹਾਂ ਦੀ ਖੇਡ ਹੈ ਮਨੁੱਖਾਂ ਦੇ ਸਮਝ ਤੋਂ ਦੂਰ ਦੀ ਗੱਲ ਹੈ। ਪਰ ਜਿਹੜੇ ਲੋਕ ਜੁੜੇ ਹੋਏ ਨੇ ਉਹਨਾਂ ਨੇ ਇਹਦੇ ਬਾਰੇ ਸੰਬੰਧ ਵਿੱਚ ਐਸੀਆਂ ਗੱਲਾਂ ਕੀਤੀਆਂ। ਜਦੋਂ ਅਸੀਂ ਸਵਾਲ ਕਰਦੇ ਹਾਂ ਸਿੱਖ ਹੋ ਕੇ ਵੀ ਜੇ ਗੁਰੂ ਅਰਜਨ ਦੇਵ ਮਹਾਰਾਜ ਦੀਨ ਦੁਨੀਆ ਦੇ ਮਾਲਕ ਸਨ, ਤ੍ਰੈਲੋਕੀ ਦੇ ਮਾਲਕ ਸਨ, ਸਾਰਾ ਕੁਝ ਉਹਨਾਂ ਦੇ ਕੋਲ ਸੀ, ਅਕਾਲ ਪੁਰਖ ਦਾ ਰੂਪ ਸੀ ਜੇ ਉਹ ਗੁਰੂ ਅਰਜਨ ਦੇਵ ਮਹਾਰਾਜ, ਫਿਰ ਉਹਨੂੰ ਤਤੀ ਤਵੀ ਤੇ ਬੈਠ ਕੇ ਦੁੱਖ ਕਿਉਂ ਭੋਗਣਾ ਪਿਆ? ਜੇ ਉਹਨਾਂ ਨੇ ਦੁੱਖ ਭੋਗਿਆ ਤੇ ਕੀ ਉਹ ਕਰਮਾਂ ਦਾ ਦੁੱਖ ਸੀ? ਕਿਉਂ ਉਹਨਾਂ ਨੂੰ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸੰਬੰਧ ਵਿੱਚ, ਇਸੇ ਤਰ੍ਹਾਂ ਬਾਕੀ ਬਹੁਤ ਮਹਾਨ ਬ੍ਰਹਮ ਗਿਆਨੀ ਜਿਹੜੀਆਂ ਸਾਡੀਆਂ ਗੁਰਮੁਖ ਰੂਹਾਂ ਸੀ, ਉਹਨਾਂ ਦੇ ਸੰਬੰਧ ਵਿੱਚ ਵੀ ਐਸੀਆਂ ਗੱਲਾਂ ਹੋਈਆਂ। ਔਰ ਇਹੋ ਜਿਹੀਆਂ ਗੱਲਾਂ ਤਕਰੀਬਨ ਹਰੇਕ ਧਰਮ ਦੇ ਵਿੱਚ ਹੀ ਹੋਣੀਆਂ। ਕ੍ਰਿਸਚੈਨਿਟੀ ਨੇ ਜੀਸਸ ਕ੍ਰਾਈਸਟ ਦੇ ਸੰਬੰਧ ਵਿੱਚ ਵੀ ਇਹੋ ਜਿਹੀਆਂ ਗੱਲਾਂ ਕੀਤੀਆਂ। ਅਸੀਂ ਇਹ ਸਮਝਣਾ ਹੈ ਕਿ ਸਾਡੇ ਵਿਦਵਾਨਾਂ ਨੇ ਬਾਕੀ ਦੇ ਧਰਮਾਂ ਦਾ ਅਧਿਐਨ ਕਰਨ ਤੋਂ ਬਾਅਦ ਜਿਹੜੀ ਪੁਨਰ ਜਨਮ ਦੀ ਪਰਿਭਾਸ਼ਾ ਸਾਡੇ ਲਈ ਸਾਨੂੰ ਦੱਸੀ ਹੈ, ਉਹਦੇ ਮੁਤਾਬਕ ਕੁਝ ਰੂਹਾਂ ਐਸੀਆਂ ਹੁੰਦੀਆਂ ਨੇ
ਜਿਹੜੀਆਂ ਆਲਰੇਡੀ ਮੁਕਤ ਹੋ ਚੁੱਕੀਆਂ, ਉਹਨਾਂ ਦੇ ਉੱਤੇ ਕਰਮਾਂ ਦੀ ਮੈਲ ਨਹੀਂ ਹੁੰਦੀ, ਉਹਨਾਂ ਦੇ ਉੱਤੇ ਵਿਕਾਰਾਂ ਦੀ ਮੈਲ ਨਹੀਂ ਹੁੰਦੀ, ਪਰ ਉਹ ਸੰਸਾਰ ਦੇ ਭਲੇ ਵਾਸਤੇ, ਸੰਸਾਰ ਦਾ ਪਾਰ ਉਤਾਰਾ ਕਰਨ ਵਾਸਤੇ ਇਸ ਸੰਸਾਰ ਦੇ ਵਿੱਚ ਸਮੇਂ-ਸਮੇਂ ਤੇ ਅਕਾਲ ਪੁਰਖ ਦੇ ਹੁਕਮ ਨਾਲ ਜਾਂ ਕੁਦਰਤ ਦੇ ਇੱਕ ਖੇਡ ਦੇ ਮੁਤਾਬਕ ਸੰਸਾਰ ਦੇ ਵਿੱਚ ਪੈਦਾ ਹੁੰਦੀਆਂ। ਮਨੁੱਖਾ ਸਰੀਰ ਧਾਰਨ ਕਰਕੇ ਆਪਣੇ ਜੀਵਨ 'ਚ ਰਹਿੰਦਿਆਂ ਮਨੁੱਖਤਾ ਨੂੰ ਠੀਕ ਅਗਵਾਈ ਦੇ ਕੇ ਆਪਣਾ ਜਿਹੜਾ ਸਰੀਰਕ ਸਫ਼ਰ ਹੈ ਉਹ ਖਤਮ ਕਰਕੇ ਵਾਪਸ ਚਲੇ ਜਾਂਦੀਆਂ। ਅਸੀਂ ਕਦੇ ਨਹੀਂ ਆਖਦੇ ਗੁਰੂ ਨਾਨਕ ਸਾਹਿਬ 1539 ਨੂੰ ਸੁਰਗਵਾਸ ਹੋ ਗਏ ਸਨ, ਜਾਂ ਚਲਾਣਾ ਕਰ ਗਏ ਸਨ, ਜਾਂ ਚੜ੍ਹਾਈ ਕਰ ਗਏ ਸਨ, ਜਾਂ ਦੁਨਿਆਵੀ ਲਫ਼ਜ਼ਾਂ ਦੇ ਵਿੱਚ ਮਰ ਗਏ ਸਨ। ਅਸੀਂ ਆਖਦੇ ਹਾਂ 1539 ਦੇ ਸਤੰਬਰ ਮਹੀਨੇ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੋਤੀ ਜੋਤ ਸਮਾ ਗਏ ਸਨ। ਜਿਸ ਖਜ਼ਾਨੇ ਜਿਸ ਬਹੁਤ ਵੱਡੇ ਸਮੁੰਦਰ ਦੇ ਵਿੱਚੋਂ ਵੱਖ ਹੋ ਕੇ ਜੋਤ ਰੂਪ 'ਚ ਸੰਸਾਰ ਤੇ ਆਏ ਸਨ, ਉਹ ਆਪਣੇ ਸਮੇਂ ਦਾ, ਆਪਣੀ ਜ਼ਿੰਦਗੀ ਦਾ ਕਾਰਜ ਖੇਤਰ ਸਮਾਪਤ ਕਰਕੇ ਵਾਪਸ ਫਿਰ ਉਸੇ ਮਹਾਨ ਜੋਤ ਦੇ ਵਿੱਚ, ਪਰਮਾਤਮ ਦੇ ਵਿੱਚ ਉਹ ਆਤਮਾ ਲੀਨ ਹੋ ਗਈ ਸੀ। ਇਹ ਉਹਨਾਂ ਲੋਕਾਂ ਪ੍ਰਤੀ ਹੈ ਜਿਹੜੇ ਇਸ ਸੰਸਾਰ ਦੇ ਉੱਤੇ ਮਨੁੱਖਤਾ ਦਾ ਭਲਾ ਕਰਨ ਵਾਸਤੇ ਆਉਂਦੇ ਨੇ, ਤੇ ਉਹਨਾਂ ਨੂੰ ਮਨੁੱਖਾਂ ਵਾਂਗ ਹੀ ਬਾਕੀ ਲੋਕਾਂ ਦੀ ਤਰ੍ਹਾਂ ਹੀ ਦੁੱਖ ਸੁੱਖ ਵੀ ਭੋਗਣੇ ਪੈਂਦੇ ਨੇ। ਉਹਨਾਂ ਨੂੰ ਬਾਕੀ ਲੋਕਾਂ ਵਾਂਗੂ ਸਰੀਰਕ ਜ਼ਰੂਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ, ਕਿਉਂਕਿ ਸਰੀਰਾਂ ਦੇ ਵਿੱਚ ਰਹਿੰਦੇ ਨੇ। ਇੱਕ ਇਸ ਕਿਸਮ ਦਾ ਜਿਹੜਾ ਆਵਾਗੌਣ ਹੈ, ਇਹਦੇ ਲਈ ਸਾਨੂੰ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਜੇ ਗੁਰੂ ਸਾਹਿਬਾਨ ਆਏ ਨੇ, ਭਗਤ ਸਾਹਿਬਾਨ ਆਏ ਨੇ, ਹੋਰ ਮਹਾਂਪੁਰਸ਼ ਆਏ ਨੇ, ਤੇ ਉਹ ਆਪਣੇ ਪਿਛਲੇ ਕਰਮਾਂ ਦੀ ਸਜ਼ਾ ਭੋਗਣ ਵਾਸਤੇ ਨਹੀਂ ਆਏ ਸਨ, ਉਹ ਮਨੁੱਖਤਾ ਨੂੰ ਸਿੱਧੇ ਰਾਹ ਪਾਉਣ ਵਾਸਤੇ ਆਏ ਸਨ। ਜਿਹੜਾ ਦੂਸਰਾ ਆਵਾਗੌਣ ਦੀ ਕਲਾਸ ਹੈ ਉਹ ਹੈ ਯਥਾਰਥ ਆਵਾਗੌਣ, ਟਰਾਂਸਮਾਈਗ੍ਰੇਸ਼ਨ। ਇਹਨੂੰ ਅਸੀਂ ਆਵਾਗੌਣ ਕਹਿੰਦੇ ਹਾਂ। ਟਰਾਂਸਮਾਈਗ੍ਰੇਸ਼ਨ, ਜਿਹੜੀ ਟਰਾਂਸਮਾਈਗ੍ਰੇਸ਼ਨ ਹੈ, ਜਿਵੇਂ ਐਵੋਲੂਸ਼ਨ ਹੋਈ ਮੰਨੀ ਜਾਂਦੀ ਹੈ ਅੱਜ ਸਾਇੰਸ ਵੱਲੋਂ, ਗੁਰਬਾਣੀ ਨੇ ਵੀ ਇਹਦੇ ਸੰਬੰਧ ਵਿੱਚ ਉਦਾਹਰਨਾਂ ਦਿੱਤੀਆਂ ਨੇ। ਕਈ ਜਨਮ ਪੈ ਕੀਟ ਪਤੰਗਾ, ਹਾਂਜੀ, ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਗੁਰਬਾਣੀ ਨੇ ਕੀਤੀਆਂ। ਭਈ ਕਈ ਵਾਰੀ ਕਈਆਂ ਜਨਮਾਂ ਦੇ ਵਿੱਚ ਅਸੀਂ ਪਸ਼ੂ ਪੰਛੀ ਰਹੇ, ਕਦੇ ਕੁਝ ਬਣੇ, ਕਦੇ ਕੁਝ ਬਣੇ, ਉਸ ਤੋਂ ਬਣਦੇ ਬਣਦੇ ਫਿਰ ਅਸੀਂ ਮਨੁੱਖਾ ਜਨਮ ਦੇ ਵਿੱਚ ਆਏ। ਜਦੋਂ ਮਨੁੱਖਾ ਜਨਮ ਦੇ ਵਿੱਚ ਆਏ, ਫਿਰ ਅਸੀਂ ਮਨੁੱਖਾ ਜਨਮ 'ਚ ਆ ਕੇ ਉਹ ਜਿਹੜੇ ਕੰਮ ਕਰਨੇ ਸਨ ਉਸ ਸਾਈਕਲ 'ਚੋਂ ਬਾਹਰ ਨਿਕਲਣ ਦੇ, ਉਹ ਅਸੀਂ ਨਹੀਂ ਕੀਤੇ ਪੂਰੀ ਤਰ੍ਹਾਂ। ਜਦੋਂ ਗੁਰੂ ਅਰਜਨ ਸਾਹਿਬ ਕਹਿੰਦੇ ਨਾ ਵੀ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਇਹ ਮਨੁੱਖਾ ਜੀਵਨ ਜਗਦੀਸ਼ ਨੂੰ ਮਿਲਣ ਦੀ ਵਾਰੀ ਹੈ। ਬੜੀ ਦੇਰ ਬਾਅਦ ਮਨੁੱਖਾ ਸਰੀਰ ਮਿਲਿਆ। ਉਹ ਜਦੋਂ ਉਹਨਾਂ ਜੋਨਾਂ ਵਿੱਚੋਂ ਲੰਘ ਕੇ ਆ ਕੇ ਮਨੁੱਖ ਨੂੰ ਮਨੁੱਖਾ ਜਨਮ ਮਿਲਦਾ ਹੈ, ਤੇ ਮਨੁੱਖਾ ਜਨਮ ਤੋਂ ਬਾਅਦ, ਮਰਨ ਤੋਂ ਬਾਅਦ, ਉਹ ਆਪਣੇ ਕਰਮਾਂ ਦੇ ਮੁਤਾਬਕ ਇਹ ਸੰਭਾਵਨਾ ਹੈਗੀ ਹੈ ਕਿ ਉਹ ਵਾਪਸ ਫਿਰ ਉਸੇ ਸਾਈਕਲ ਦੇ ਵਿੱਚ, ਉਸੇ ਚੱਕਰ ਦੇ ਵਿੱਚ ਦੁਬਾਰਾ ਚਲੇ ਜਾਏ, ਜਿਹਨੂੰ ਅਸੀਂ ਟਰਾਂਸਮਾਈਗ੍ਰੇਸ਼ਨ ਕਹਿੰਦੇ ਹਾਂ, ਜਿਹੜਾ ਆਵਾਗੌਣ ਹੈ। ਉਸ ਤੋਂ ਬਾਅਦ ਹੁੰਦਾ ਇੱਕ ਜਿਹਨੂੰ ਅਸੀਂ ਆਮ ਤੌਰ ਤੇ ਰੀਇਨਕਾਰਨੇਸ਼ਨ ਕਹਿੰਦੇ ਹਾਂ। ਰੀਇਨਕਾਰਨੇਸ਼ਨ ਜਿਹੜੀ ਹੈ ਉਹ ਪੁਨਰ ਜਨਮ ਹੈ। ਪੁਨਰ ਜਨਮ ਦਾ ਮਤਲਬ ਹੈ ਦੁਬਾਰਾ ਫਿਰ ਮਨੁੱਖਾ ਸਰੀਰ ਦੇ ਵਿੱਚ ਜਨਮ ਧਾਰਨ ਕਰਨਾ। ਉਹ ਔਰਤ ਜਾਂ ਮਰਦ ਵਿੱਚੋਂ ਕੁਝ ਵੀ ਹੋ ਸਕਦਾ ਹੈ। ਅਸੀਂ ਲੋਕ ਜਿਹੜੇ ਆਮ ਦੁਨਿਆਵੀ ਜੀਵ ਹੈ, ਸਾਡੇ ਉੱਤੇ ਯਥਾਰਥ ਆਵਾਗੌਣ ਤੇ ਪੁਨਰ ਜਨਮ, ਇਹ ਦੋ ਚੀਜ਼ਾਂ ਲਾਗੂ ਹੁੰਦੀਆਂ ਨੇ। ਪਹਿਲੀ ਸ਼੍ਰੇਣੀ ਤੱਕ ਸਾਡੀ ਤਰੱਕੀ ਨਹੀਂ ਹੋਈ। ਸਤਿਗੁਰੂ ਕਿਰਪਾ ਕਰੇ ਅਸੀਂ ਸਾਰੇ ਆਪਣੇ ਆਪਣੇ ਕੰਮਾਂ ਰਾਹੀਂ, ਆਪਣੇ ਆਪਣੇ ਕਰਮਾਂ ਰਾਹੀਂ, ਗੁਰੂ ਸਾਹਿਬ ਦੀ ਮਿਹਰ ਦਾ ਸਦਕਾ, ਗੁਰੂ ਦੀ ਬਖਸ਼ਿਸ਼ ਦੇ ਨਾਲ ਅਸੀਂ ਆਪਣਾ ਜੀਵਨ ਸਫਲ ਕਰਕੇ ਮੁਕਤੀ ਦੇ ਦੁਆਰ ਤੱਕ ਪਹੁੰਚ ਸਕੀਏ। ਇਹ ਅਸੀਂ ਅਰਦਾਸ ਤਾਂ ਕਰਦੇ ਹਾਂ, ਪਰ ਅਸੀਂ ਦਾਅਵਾ ਨਹੀਂ ਕਰਦੇ, ਦਾਅਵਾ ਕਰਨ ਦਾ ਅਧਿਕਾਰ ਨਹੀਂ ਰੱਖਦੇ। ਮੈਂ ਇਹ ਸਮਝਦਾ ਭਈ ਆਵਾਗੌਣ ਆ ਜਿਹੜਾ, ਪੁਨਰ ਜਨਮ ਆ ਜਿਹੜਾ, ਉਹਦੇ ਮੁਤਾਬਕ ਮਨੁੱਖ ਦੁਆਰਾ ਫਿਰ ਮਨੁੱਖਾ ਜਨਮ ਦੇ ਵਿੱਚ ਆਉਂਦਾ ਹੈ, ਤੇ ਮਨੁੱਖਾ ਜਨਮ ਦੇ ਵਿੱਚ ਆ ਕੇ ਫਿਰ ਉਹ ਕਰਮ ਕਰਨ ਦਾ ਯਤਨ ਕਰਦਾ ਹੈ। ਮੈਂ ਜਿੰਨੀ ਕੁ ਗੁਰਬਾਣੀ ਡਾਕਟਰ ਸਾਹਿਬ ਸਮਝਿਆ, ਜਾਂ ਜਿੰਨਾ ਕੁ ਸਿਆਣੇ ਲੋਕਾਂ ਦੀ ਸੰਗਤ ਕਰਕੇ ਉਹਨਾਂ ਦੇ ਕੋਲ ਬੈਠ ਕੇ ਜਿਹੜੀ ਮੇਰੀ ਸਮਝ ਬਣੀ ਹੈ, ਮੈਂ ਇੱਦਾਂ ਸਮਝਦਾ ਜਿਨ੍ਹਾਂ ਲੋਕਾਂ ਦਾ ਜਨਮ ਸਿੱਖ ਧਰਮ ਦੇ ਪਰਿਵਾਰਾਂ ਦੇ ਵਿੱਚ ਹੋਇਆ, ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦੀ ਸਟੇਜ ਤੱਕ ਪਹੁੰਚ ਗਏ ਨੇ, ਉਹ ਜਿਹੜਾ ਸਾਡਾ ਆਵਾਗੌਣ ਹੈ ਉਹਦੇ ਚੱਕਰ 'ਚ ਨਹੀਂ ਪੈਂਦੇ। ਉਹਨਾਂ ਨੂੰ ਦੁਆਰਾ ਪਸ਼ੂ ਪੰਛੀਆਂ ਵਾਲੀਆਂ ਜਿਹੜੀਆਂ ਜੂਨਾਂ ਹੈ
ਉਹ ਨਹੀਂ ਭੋਗਣੀਆਂ ਪੈਣੀਆਂ। ਇਹ ਮੇਰੀ ਆਪਣੀ ਸਮਝ ਹੈ, ਇਹ ਫੈਸਲਾ ਜੀ। ਨਹੀਂ ਹੈ। ਮੈਂ ਇਹ ਸਮਝਿਆ ਸਿਆਣੇ ਲੋਕਾਂ ਦੀ ਸੰਗਤ ਕਰਕੇ, ਜਿੰਨੀ ਮੈਨੂੰ ਗੁਰਬਾਣੀ ਸਮਝ ਆਈ, ਕਿਉਂਕਿ ਬਹੁਤ ਵੱਡੇ ਭਾਗਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਪ੍ਰਾਪਤ ਹੁੰਦਾ ਹੈ। ਜੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਰੂਪ ਦੇ ਵਿੱਚ ਪ੍ਰਾਪਤ ਹੋਏ ਨੇ, ਤੇ ਇਹਦਾ ਮਤਲਬ ਹੈ ਕਿ ਅਸੀਂ ਉਹ ਆਵਾਗਾਉਣ ਵਾਲਾ ਸਾਈਕਲ ਕੱਟ ਚੁੱਕੇ ਹਾਂ, ਫਿਰ ਅਸੀਂ ਇੱਥੋਂ ਤੱਕ ਆਏ ਹਾਂ, ਤੇ ਇੱਥੋਂ ਬਾਅਦ ਸਾਡਾ ਪੁਨਰ ਜਨਮ ਤਾਂ ਹੋ ਸਕਦਾ ਹੈ। ਮੇਰੀ ਆਪਣੀ ਸਮਝ ਹੈ, ਪੁਨਰ ਜਨਮ ਦੇ ਵਿੱਚ ਦੁਬਾਰਾ ਅਸੀਂ ਮਨੁੱਖਾ ਜਨਮ ਦੇ ਵਿੱਚ ਤੇ ਆ ਸਕਦੇ ਹਾਂ। ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਡੇ ਸਾਹਮਣੇ ਵਾਪਰਦੀਆਂ, ਜਦੋਂ ਕੁਝ ਲੋਕ ਪਿਛਲੇ ਜਨਮ ਦੇ ਸੰਬੰਧ ਵਿੱਚ ਆਪਣੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੰਦੇ ਹੈ, ਤੇ ਲੋਕ ਅਗਿਆਨਤਾ ਬਸ ਉਹਨਾਂ ਦੇ ਮਗਰ ਬਹੀਰਾਂ ਘੱਤ ਕੇ ਪਹੁੰਚ ਜਾਂਦੇ, ਪਤਾ ਨਹੀਂ ਕੀ ਹੋਇਆ। ਇਹ ਇੱਕ ਵੱਖਰਾ ਵਿਸ਼ਾ ਜੇ ਸਮਾਂ ਬਚਿਆ ਅੱਜ, ਤੇ ਥੋੜਾ ਜਿਹਾ ਬਰੀਫਲੀ ਆਪਾਂ ਇਹਦੇ ਉੱਤੇ ਗੱਲ ਕਰਾਂਗੇ। ਇਹ ਜਿਹੜੇ 3 ਸਟੇਜਸ, 3 ਕਿਸਮ ਦੇ ਆਵਾਗਾਉਣ ਹੈ, ਇੱਕ ਆਵਾਗਾਉਣ ਹੈ, ਇੱਕ ਪੁਨਰ ਜਨਮ ਹੈ, ਇੱਕ ਜਥਾਰਤ ਹੈਗਾ ਕਿ ਜਿਹੜੇ ਲੋਕ ਮੁਕਤ ਹੋ ਚੁੱਕੇ ਨੇ, ਉਹ ਸੰਸਾਰ ਦੇ ਭਲੇ ਵਾਸਤੇ ਸੰਸਾਰ ਤੇ ਆਉਂਦੇ ਨੇ। ਤੇ ਅਸੀਂ ਲੋਕ ਜਿਹੋ ਜਿਹਾ ਜੀਵਨ ਅਸੀਂ ਜਿਉਂਦੇ ਹਾਂ, ਕਿਉਂਕਿ ਅਸੀਂ ਦਾਅਵਾ ਤੇ ਕਰਦੇ ਹੀ ਹਾਂ ਨਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ। ਗੁਰਦੁਆਰੇ ਵੀ ਸਮੇਂ-ਸਮੇਂ ਚੱਲ ਜਾਂਦੇ ਹਾਂ, ਪਾਠ ਵੀ ਸੁਣ ਲੈਂਦੇ ਹਾਂ, ਕਦੇ-ਕਦੇ ਪਾਠ ਕਰ ਵੀ ਲੈਂਦੇ ਹਾਂ, ਔਰ ਉਹਦੇ ਮੁਤਾਬਕ ਚੱਲਣ ਦਾ ਯਤਨ ਵੀ ਕਰਦੇ ਹਾਂ। ਜੇ ਹੋਰ ਕੁਝ ਨਹੀਂ ਕਰਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਹੱਥ ਜੋੜ ਕੇ ਅਰਦਾਸ ਤਾਂ ਕਰ ਹੀ ਲੈਂਦੇ ਹਾਂ ਨਾ, ਵੀ ਸੱਚੇ ਪਾਤਸ਼ਾਹ ਬੜੇ ਔਗਣ ਹੋ ਰਹੇ ਨੇ ਸਾਡੇ ਕੋਲੋਂ, ਕਿਰਪਾ ਕਰ ਸਾਨੂੰ ਔਗਣਾਂ ਤੋਂ ਬਚਾ ਕੇ ਗੁਣਾਂ ਵਾਲੇ ਪਾਸੇ ਤੋਰ। ਅਵਗਣ ਛਾੜ ਗੁਣਾ ਕੋ ਅਵਗਣ ਛੋੜ, ਗੁਣਾ ਕੋ ਧਾਵੋ, ਕਰ ਅਵਗਣ ਪਛਤਾਈ ਜੀਓ। ਜਦੋਂ ਗੁਰੂ ਦੇ ਸਾਹਮਣੇ ਅਰਦਾਸ ਕਰਦੇ ਹਾਂ, ਠੀਕ ਹੈ, ਗੁਰੂ ਨੇ ਫੈਸਲਾ ਸਾਡੇ ਕਰਮਾਂ ਦੇ ਮੁਤਾਬਕ ਕਰਨਾ ਹੈ, ਪਰ ਗੁਰੂ ਮਿਹਰ ਕਰਦਾ ਹੈ, ਸਾਨੂੰ ਵਾਪਸ ਉਹ ਜਿਹੜਾ ਆਵਾਗਾਉਣ ਹੈ ਉਹਦੇ ਚੱਕਰ ਤੋਂ ਬਚਾ ਕੇ ਰੱਖਦਾ ਹੈ, ਪਰ ਪੁਨਰ ਜਨਮ ਜਿਹੜਾ ਹੈ ਉਹਦੀਆਂ ਸੰਭਾਵਨਾਵਾਂ ਸਾਡੀਆਂ ਬਣੀਆਂ ਰਹਿੰਦੀਆਂ। ਹਾਂਜੀ ਡਾਕਟਰ ਸਾਹਿਬ। ਸੋ ਇਹ 3 ਸਟੇਜਾਂ ਜੋ ਭਾਈ ਸਾਹਿਬ ਨੇ ਦੱਸੀਆਂ ਨੇ, ਤੇ ਇਹਦੇ ਵਿੱਚ ਕੋਸ਼ਿਸ਼ ਕਰਨੀ ਹੈ, ਇਹ ਆਪਣੀ ਕੋਸ਼ਿਸ਼ ਹੀ ਹੈ, ਅਤੇ ਕੋਸ਼ਿਸ਼ ਸਤਿਗੁਰੂ ਅੱਗੇ ਅਰਦਾਸ ਸਿੱਖ ਨੇ ਨਿਮਾਣਾ ਹੋ ਕੇ ਅਰਦਾਸ ਕਰਨੀ ਹੈ, ਅਤੇ ਇਹ ਮੰਨ ਲੈਣਾ ਹੈ ਕਿ ਮੈਂ ਪਾਪੀਆਂ ਕੁਕਰਮੀਆਂ ਦਾਤਾ ਬਖਸ਼ਣਾ, ਤੇ ਤੂੰ ਆਪਣੀ ਕਿਰਪਾ ਦੇ ਨਾਲ ਬਖਸ਼ੇ। ਮੈਂ ਆਪਣੇ ਕਰਮਾਂ ਦੇ ਨਾਲ, ਜਿਹੜੀ ਪਿਛਲੇ ਹਫ਼ਤੇ ਮੈਂ ਪੰਕਤੀ ਇੱਕ ਪੜ੍ਹੀ ਸੀ ਭਾਈ ਗੁਰਦਾਸ ਦੀ, ਕਿ ਆਪਣੀ ਕਰਨੀ ਕਰ ਨਰਖੂ ਨਾ ਪਾਵੋ ਠੌਰ, ਤੁਮਰੋ ਬਿਰਧ ਕਰ ਆਸਰੋ ਸਮਾਰ। ਆਪਣੀ ਕਰਨੀ ਦੇ ਨਾਲ ਕੁਛ ਨਹੀਂ ਬਣਨਾ, ਇਹ ਤਾਂ ਤੇਰਾ ਬਿਰਧ ਹੈ। ਅਤੇ ਸਿੱਖ ਹੋਣ ਦੇ ਨਾਤੇ ਇਹ ਸਾਨੂੰ ਯਕੀਨ ਹੈ ਕਿ ਜੇ ਇਸ ਰਾਹ ਤੇ ਤੁਰ ਪਏ ਤਾਂ ਸਤਿਗੁਰੂ ਜ਼ਰੂਰ ਬਖਸ਼ਿਸ਼ ਕਰਨਗੇ। ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਕਿ ਪੁਨਰ ਜਨਮ ਤਾਂ ਫਿਰ ਜ਼ਰੂਰ ਮਿਲ ਜਾਵੇਗਾ, ਤੇ ਸਤਿਗੁਰੂ ਬਖਸ਼ਿਸ਼ ਕਰਨਗੇ, ਤੇ ਇੱਕ ਵਾਰੀ ਫੇਰ ਤੂੰ ਟਰਾਈ ਕਰ ਲਾ। ਇਹ ਹੁਣ ਸਾਡੇ ਤੇ ਹੈ ਕਿ ਜਨਮ ਲੈ ਕੇ ਜੋ ਸਤਿਗੁਰੂ ਨੂੰ ਵਾਅਦਾ ਕਰਕੇ, ਜੋ ਜਨਮ ਮਨੁੱਖਾ ਜਨਮ ਦਾ ਜੋ ਕੰਮ ਹੈ ਗੁਰਬਾਣੀ ਦੇ ਵਿੱਚ ਜੋ ਸਾਨੂੰ ਦੱਸਿਆ ਹੈ, ਇਹ ਤਾਂ ਮੈਂ ਦੁਬਾਰਾ ਬੇਨਤੀ ਕਰਦਾ, ਵੱਡੇ ਭਾਗਾਂ ਵਾਲੇ ਆ। ਵੀ ਡੋਂਟ ਰੀਅਲਾਈਜ਼ ਕਿ ਸਾਨੂੰ ਸਤਿਗੁਰੂ ਨੇ ਕੀ ਬਖਸ਼ਿਸ਼ ਕੀਤੀ ਹੈ। ਗੁਰੂ ਗ੍ਰੰਥ ਸਾਹਿਬ, ਹੋਰ ਸਾਰੇ ਧਰਮ ਚੰਗੇ ਨੇ, ਪਰ ਇਹੋ ਜਿਹਾ ਗ੍ਰੰਥ ਕਿਸੇ ਧਰਮ ਕੋਲ ਨਹੀਂ, ਜਿਹੜਾ ਗੁਰੂ ਸਾਹਿਬ ਨੇ ਆਪ, ਉਹਨਾਂ ਦੀ ਬਾਣੀ ਆਪ ਰਚਿਆ, ਅਤੇ ਕੇਵਲ ਤੇ ਕੇਵਲ ਉਹਦੇ ਵਿੱਚ ਕੋਈ ਹਿਸਟਰੀ ਨਹੀਂ, ਕੋਈ ਕਹਾਣੀਆਂ ਨਹੀਂ, ਐਗਜ਼ਾਮਪਲਾਂ ਨੇ ਉਹ ਦੱਸੀਆਂ ਦਿੱਤੀਆਂ ਨੇ, ਪਰ ਉਸ ਵਾਹਿਗੁਰੂ ਨਾਲ ਇੱਕਮਿਕ ਹੋ ਕਿੱਦਾਂ ਹੋਣਾ, ਉਹਦੇ ਬਾਰੇ ਸਾਹਿਬ ਸੱਚੇ ਪਾਤਸ਼ਾਹ ਵਰਣਨ ਕਰਦੇ। ਉਹਦੇ ਉੱਤੇ ਚੱਲ ਕੇ, ਉਸ ਰਸਤੇ ਤੇ ਚੱਲ ਕੇ ਜੇ ਆਪਣਾ ਜੀਵਨ ਬਤੀਤ ਕਰੀਏ ਤਾਂ ਕੋਈ ਵੱਡੀ ਗੱਲ ਨਹੀਂ, ਸਤਿਗੁਰੂ ਬਖਸ਼ਿਸ਼ ਕਰਨਗੇ ਤੇ ਆਪਣੇ ਚਰਨਾਂ ਨਾਲ ਮਿਲ ਲੈਣਗੇ। ਇਹ ਉਹਦੇ ਹੱਥ ਵੱਸ ਹੈ। ਜੀ ਭਾਈ ਸਾਹਿਬ ਜੀ। ਸਾਡੀ ਜਿਹੜੀ ਜ਼ਿੰਦਗੀ ਦਾ ਨਿਸ਼ਾਨਾ ਹੈ ਉਹ ਹੈ ਹੀ ਇਹ ਕਿ ਅਸੀਂ ਇਸ ਸੰਸਾਰ ਦੇ ਵਿੱਚ, ਇਸ ਜੀਵਨ ਦੇ ਵਿੱਚ ਐਸੇ ਕਰਮ ਕਰਕੇ ਮੁਕਤ ਹੋਣਾ ਹੈ, ਤੇ ਮੁਕਤ ਮਰ ਕੇ ਨਹੀਂ ਹੋਣਾ, ਮਰਨ ਤੋਂ ਬਾਅਦ ਨਹੀਂ ਹੋਣਾ, ਜਿਉਂਦਿਆਂ ਹੀ ਮੁਕਤ ਹੋਣਾ ਹੈ, ਜੀਵਨ ਮੁਕਤ ਹੋਣਾ ਹੈ। ਜਿੱਥੇ ਬਾਕੀ ਵੱਖ-ਵੱਖ ਧਰਮ, ਵੱਖ-ਵੱਖ ਵਿਚਾਰਧਾਰਾਵਾਂ ਜਨਮ ਦੇ ਸੰਬੰਧ ਵਿੱਚ ਤੇ ਕਰਮਾਂ ਦੇ ਸੰਬੰਧ ਵਿੱਚ ਦੱਸਦੇ ਨੇ, ਗੁਰਮਤਿ ਦਾ ਜਿਹੜਾ ਸਿਧਾਂਤ ਹੈ ਉਹ ਇਹ ਹੈ ਕਿ ਜਿਹੜਾ ਜੀਵ ਹੈ ਇਹ ਪੂਰਨ ਜਿਹੜੀ ਚੇਤਨ ਸੱਤਾ ਹੈ ਉਹਦਾ ਇੱਕ ਹਿੱਸਾ ਹੈ, ਜਿਹਨੂੰ ਅਸੀਂ ਪਰਮਾਤਮਾ ਕਹਿੰਦੇ, ਪਰਮ ਆਤਮਾ।
ਇੱਕ ਬਹੁਤ ਵੱਡਾ એનર્ਜੀ ਦਾ ਜਿਹੜਾ ਸੋਰਸ ਹੈ, ਉਹਦੇ ਵਿੱਚੋਂ ਇੱਕ ਬੂੰਦ ਮਾਤਰ ਅਸੀਂ ਆਤਮਾ ਦੇ ਕਰਕੇ ਵੱਖਰੇ ਹੋਏ ਹਾਂ। ਜਦੋਂ ਅਸੀਂ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹਦਾ ਇਹੀ ਮਤਲਬ ਹੈ। ਜਦੋਂ ਅਗਲੀਆਂ ਇਸ ਦੀਆਂ ਪੰਕਤੀਆਂ ਪੜ੍ਹਦੇ ਹਾਂ ਤਾਂ ਉਹ ਹੋਰ ਸਪਸ਼ਟ ਹੋ ਜਾਂਦਾ ਹੈ। ਅਸੀਂ ਉਸ ਅਕਾਲ ਪੁਰਖ ਦਾ ਹਿੱਸਾ ਸੀ ਤੇ ਉਹਦਾ ਹਿੱਸਾ ਬਣ ਕੇ ਹੀ ਇਸ ਸੰਸਾਰ ਤੇ ਪੈਦਾ ਹੋਏ ਹਾਂ। ਪਰ ਹੁੰਦਾ ਕੀ ਹੈ ਕਿ ਇਸ ਸੰਸਾਰ ਦੇ ਉੱਤੇ ਆ ਕੇ ਮਨੁੱਖ ਹਉਮੈ ਰਾਹੀਂ ਆਪਣੇ ਆਪ ਨੂੰ ਵੱਖਰਾ ਹੋਣ ਦਾ ਇੱਕ ਸੰਕਲਪ ਪੈਦਾ ਕਰ ਲੈਂਦਾ ਹੈ ਕਿ ਮੇਰੀ ਇੱਕ ਵੱਖਰੀ ਹੋਂਦ ਹੈ। ਜਦੋਂ ਗੁਰਬਾਣੀ ਬਾਰ-ਬਾਰ ਸਾਨੂੰ ਨਾਮ ਦੀ ਗੱਲ ਕਹਿੰਦੀ ਹੈ ਕਿ ਨਾਮ ਦੀ ਕਿੰਨੀ ਮਹਿਮਾ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਵੀ ਨਾਮ ਤੋਂ ਬਗੈਰ ਸੰਸਾਰ ਤੇ ਕੁਝ ਨਹੀਂ ਹੈਗਾ। ਪਰ ਜਦੋਂ ਮਨੁੱਖ ਨਾਲ, ਗੁਰੂ ਸਾਹਿਬ ਜਦੋਂ ਕਹਿੰਦੇ ਨਾ ਵੀ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਥਾਂ, ਇਹਨੂੰ ਥੋੜਾ ਜਿਹਾ ਸਮਝ ਲਈਏ, ਇਸ ਸਟੇਜ ਤੇ ਸੌਖਾ ਹੋ ਜਾਊਗਾ ਵੀ ਅਸੀਂ ਆਪਣੇ ਆਪ ਦੀ ਵੱਖਰੀ ਹਸਤੀ ਸਵੀਕਾਰ ਕੇ ਉਸ ਵਾਹਿਗੁਰੂ ਦੇ ਨਾਮ ਨਾਲੋਂ ਟੁੱਟ ਜਾਂਦੇ ਹਾਂ। ਤੇ ਅਸੀਂ ਜਦੋਂ ਤੱਕ ਉਹ ਹਉਮੈ ਖਤਮ ਨਹੀਂ ਹੁੰਦੀ, ਜਦੋਂ ਸਾਡੇ ਜੀਵਨ ਦੇ ਵਿੱਚੋਂ ਉਹ ਜਿਹੜਾ ਇੱਕ ਸੋਚ ਹੈ ਇਸ ਤਰੀਕੇ ਦਾ ਵੀ ਉਹ ਮੈਂ ਵੱਖਰਾ, ਮੇਰੀ ਇੱਕ ਵੱਖਰੀ ਹੋਂਦ ਹਸਤੀ ਹੈ, ਉਦੋਂ ਤੱਕ ਉਹ ਮਨੁੱਖ ਜਿਹੜਾ ਹੈ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਵੀ, ਗੁਰਦੁਆਰੇ ਬੈਠ ਕੇ ਬਾਣੀ ਪੜ੍ਹ ਕੇ ਵੀ, ਬਾਣੀ ਸੁਣ ਕੇ ਵੀ, ਆਪਣੀ ਹਉਮੈ ਦੇ ਕਰਕੇ ਉਹ ਜਿਹੜੀ ਵਿਥਿਆ ਉਹ ਬਣਾਈ ਰੱਖਦਾ ਹੈ। ਜਦੋਂ ਗੁਰਬਾਣੀ ਵਿੱਚ ਇਹ ਸ਼ਬਦ ਆਉਂਦਾ ਨਾ ਜੀ, ਹਉਮੈ ਕਰਦਿਆਂ ਜਨਮ ਗਵਾਇਆ, ਅੱਗੇ ਮੋਹ ਨ ਚੁਕੇ ਮਾਇਆ, ਅੱਗੇ ਜਮਕਲ ਲੇਖਾ ਲੇਵੈ, ਜਿਉ ਤਿਲ ਕਹਾਣੀ ਪੇੜਾਇੰਦਾ। ਸਾਰੀ ਦੀ ਸਾਰੀ ਜਿਹੜੀ ਸਮੱਸਿਆ ਹੈ ਉਹ ਆਪਣੀ ਇੱਕ ਵੱਖਰੇਪਣ ਦੀ ਜਿਹੜੀ ਹੋਂਦ ਦਾ ਅਹਿਸਾਸ ਹੈ ਉਹਦੇ ਕਰਕੇ ਹੈ। ਇਸੇ ਕਰਕੇ ਹੀ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਲੋਕਾਂ ਦੀ ਗੱਲ ਕੀਤੀ ਸੀ, ਬਾਰ-ਬਾਰ ਉਹਨਾਂ ਨੇ ਤਾਕੀਦ ਕੀਤੀ ਸੀ ਕਿ ਸੰਗ ਸਖਾ ਸਭ ਤਜ ਗਏ, ਕੋਈ ਨਾ ਨਿਭਿਓ ਸਾਥ। ਜਿਹਨਾਂ ਨੂੰ ਸਾਥੀ ਬਣਾਈ ਬੈਠੇ ਆ, ਕਿਸੇ ਨੇ ਨਹੀਂ ਜਾਣਾ ਨਾਲ ਤੁਹਾਡੇ। ਪਰ ਅਸੀਂ ਦੁਨੀਆਦਾਰੀ ਦੇ ਵਿੱਚ ਇੰਨੇ ਖਚਤ ਹੋ ਜਾਂਦੇ ਆ। ਖਚਤ ਉਦੋਂ ਹੀ ਹੁੰਦੇ ਆ ਜਦੋਂ ਸਾਡਾ ਭਰੋਸਾ ਉਸ ਪਰਮਾਤਮਾ ਤੇ ਨਹੀਂ ਰਹਿੰਦਾ, ਜਦੋਂ ਸਾਡਾ ਵਿਸ਼ਵਾਸ ਨਹੀਂ ਰਹਿੰਦਾ ਕਿ ਇਹਨੇ ਅੱਜ ਮੈਨੂੰ ਦਿੱਤਾ ਤੇ ਕੱਲ ਨੂੰ ਮੇਰੀ ਲੋੜ ਦੇ ਮੁਤਾਬਕ ਕੱਲ ਨੂੰ ਇਹਨਾਂ ਨੇ ਫੇਰ ਦੇ ਦੇਣਾ, ਮੇਰੀਆਂ ਲੋੜਾਂ ਪੂਰੀਆਂ ਹੋ ਜਾਣੀਆਂ। ਪਰ ਜਦੋਂ ਅਸੀਂ ਉਸ ਵਿਸ਼ਵਾਸ ਨੂੰ ਖਤਮ ਕਰਕੇ, ਉਹ ਤੋਂ ਭਰੋਸਾ ਹਟਾ ਕੇ ਆਪਣੀ ਹਿੰਮਤ ਦੇ ਨਾਲ ਸਾਰਾ ਕੁਝ ਕਰਨ ਦਾ ਯਤਨ ਕਰਦੇ ਹਾਂ ਤੇ ਉਹਦੇ ਵਿੱਚੋਂ ਸਾਡੀ ਖੁਆਰੀ ਨਿਕਲਦੀ ਹੈ। ਸਿੱਖ ਵਾਸਤੇ ਗੁਰਬਾਣੀ ਨੇ ਜਾਂ ਗੁਰਮਤਿ ਨੇ ਬਿਲਕੁਲ ਸਪਸ਼ਟ ਕੀਤਾ ਹੈ ਕਿ ਜਿੰਨਾ ਚਿਰ ਤੇਰੇ ਜੀਵਨ ਦੇ ਵਿੱਚ ਹਉਮੈ ਨਹੀਂ ਨਾ ਕੰਟਰੋਲ ਹੁੰਦੀ, ਜਦੋਂ ਤੱਕ ਹਉਮੈ ਖਤਮ ਨਹੀਂ ਹੁੰਦੀ, ਉਦੋਂ ਤੱਕ ਤੇਰੀ ਉਸ ਪਰਮ ਆਤਮਾ ਦੇ ਨਾਲ ਜਿਹੜੀ ਨੇੜਤਾ ਹੈ ਉਹ ਨਹੀਂ ਹੋ ਸਕਦੀ। ਗੁਰੂ ਸਾਨੂੰ ਉਹ ਦਵਾਈ ਦਿੰਦਾ ਹੈ, ਉਹ ਗਿਆਨ ਦਿੰਦਾ ਹੈ, ਉਹ ਸਮਝ ਦਿੰਦਾ ਹੈ ਜਿਹਦੇ ਨਾਲ ਹਉਮੈ ਨੂੰ ਖਤਮ ਕੀਤਾ ਜਾ ਸਕਦਾ ਹੈ। ਹਉਮੈ ਨੂੰ ਖਤਮ ਕਰਕੇ ਹੀ ਅਸੀਂ ਜਿਹੜਾ ਉਹ ਅਕਾਲ ਪੁਰਖ ਦੇ ਨਾਲ ਜਿਹੜਾ ਸਾਡਾ ਅਸਲ ਸੀ ਉਹਨਾਂ ਨੇੜਤਾ ਪੈਦਾ ਕਰ ਸਕਦੇ ਹਾਂ। ਅਸੀਂ ਬਾਰ-ਬਾਰ ਗੁਰਬਾਣੀ ਉਦਾਹਰਨਾਂ ਦਿੰਦੀ ਹੈ, ਡਾਕਟਰ ਸਾਹਿਬ ਤੈਨੂੰ ਯਾਦ ਨਹੀਂ ਤੂੰ ਇਸ ਸੰਸਾਰ ਤੋਂ ਕੀ ਲੈਣ ਆਇਆ ਸੀ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ, ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਾਰ-ਬਾਰ ਸਾਨੂੰ ਇਹ ਗੁਰਬਾਣੀ ਗੁਰੂ ਸਾਹਿਬ ਤਾਕੀਦ ਕਰਦੇ ਹੈ ਕਿ ਤੇਰਾ ਜਨਮ ਤਾਂ ਖਾਸ ਮਕਸਦ ਵਾਸਤੇ ਹੋਇਆ ਸੀ ਇਸ ਸੰਸਾਰ ਦੇ ਉੱਤੇ। ਤੂੰ ਇਸ ਸੰਸਾਰ ਦੇ ਉੱਤੇ ਆ ਕੇ ਉਹ ਜਿਹੜੀ ਵਿਥਿਆ ਅਕਾਲ ਪੁਰਖ ਨਾਲੋਂ ਪਾ ਬੈਠਾ ਤੂੰ ਆਪਣੇ ਕਰਮਾਂ ਕਰਕੇ, ਉਹਨੂੰ ਖਤਮ ਕਰਨ ਵਾਸਤੇ ਆਇਆ ਸੀ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆ। ਉਹ ਜਿਹੜੀ ਜਨਮਾਂ ਜਨਮਾਂਤਰਾਂ ਦੀ ਵਿਕਾਰਾਂ ਦੀ ਮੈਲ ਹੈ ਉਹ ਖਤਮ ਕਰਨ ਵਾਸਤੇ ਆਇਆ ਸੀ ਗੁਰੂ ਦੇ ਗਿਆਨ ਰਾਹੀਂ। ਤੇ ਤੂੰ ਇੱਥੇ ਆ ਕੇ ਵੀ ਗੁਰੂ ਦਾ ਗਿਆਨ ਸੁਣ ਵੀ ਲਿਆ, ਪੜ੍ਹ ਵੀ ਲਿਆ, ਫਿਰ ਵੀ ਆਪਣੀ ਹਉਮੈ ਬਸ ਆਪਣੀ ਵੱਖਰੀ ਹੋਂਦ ਹਸਤੀ ਬਣਾ ਕੇ ਉਹ ਜਿਹੜੀ ਬਿੱਥ ਪਾ ਕੇ ਬੈਠਾ ਸੀ ਤੂੰ, ਉਹ ਜਿਹੜੀ ਪਿੱਠ ਕਰਕੇ ਬੈਠਾ ਸੀ ਆਪਣੇ ਆਪ ਵੱਲੋਂ, ਉਹ ਤੇ ਫਿਰ ਵੀ ਕਾਇਮ ਰਹੀ। ਤੇ ਜਦੋਂ ਤੱਕ ਉਹ ਕਾਇਮ ਰਹਿਣੀ ਹੈ ਉਦੋਂ ਤੱਕ ਹਉਮੈ ਦੇ ਵਿੱਚ ਬੱਧਾ ਹੋਇਆ ਮਨੁੱਖ ਹੀ ਦੁਬਾਰਾ ਜਨਮ ਲੈਂਦਾ ਹੈ। ਡਾਕਟਰ ਸਾਹਿਬ ਇਹ ਗੱਲ ਬਿਲਕੁਲ ਧਿਆਨ ਨਾਲ ਸਮਝ ਲਈਏ ਅਸੀਂ ਵੀ ਜਿਹੜਾ ਮਨੁੱਖ ਹਉਮੈ ਖਤਮ ਕਰ ਲੈਂਦਾ ਹੈ, ਜਿਹਦੇ ਅੰਦਰ ਇਹ ਅਹਿਸਾਸ ਪੱਕੀ ਤਰ੍ਹਾਂ ਹੋ ਜਾਂਦਾ ਹੈ ਕਿ ਮੈਂ ਅਕਾਲ ਪੁਰਖ ਤੋਂ ਵੱਖ ਨਹੀਂ ਹਾਂ, ਮੈਂ ਅਕਾਲ ਪੁਰਖ ਦਾ ਹੀ ਹਿੱਸਾ ਹਾਂ।
ਜੇ ਅਕਾਲ ਪੁਰਖ ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ, ਤੇ ਮੈਨੂੰ ਵੀ ਉਹ ਗੁਣ ਧਾਰਨ ਕਰਨੇ ਪੈਣੇ ਨੇ। ਉਹ ਉਦੋਂ ਤੱਕ ਨਹੀਂ ਹੁੰਦੇ ਜਦੋਂ ਤੱਕ ਸਾਡੀ ਹਉਮੈ ਜਿਹੜੀ ਹੈ ਉਹ ਉਹਦੇ ਦਰਮਿਆਨ ਕੰਧ ਬਣਾ ਕੇ ਬੈਠੀ ਹੈ। ਹਉਮੈ ਭਿੱਤ ਕਰਾਰੀ, ਉਹ ਜਿਹੜੀ ਤਕੜੀ ਕੰਧ ਬਣਾ ਕੇ ਬੈਠੇ ਆ। ਜਦੋਂ ਤੱਕ ਉਹ ਆਪਣੀ ਹੋਂਦ ਹੈ, ਉਹ ਫਿਰ ਜਦੋਂ ਮਨੁੱਖ ਆਪਣੇ ਸਵਾਸ ਪੂਰੇ ਕਰ ਲੈਂਦਾ ਨਾ, ਉਸ ਵੇਲੇ ਫਿਰ ਉਹਨੂੰ ਸਮਝ ਆਉਂਦੀ ਹੈ, ਉੱਥੇ ਜਿੱਥੇ ਨੰਗਾ ਦੋਜਕ ਚਾਲਿਆ ਵਾਲੀ ਗੱਲ ਹੈ, ਉਸ ਅਵਸਥਾ ਦੇ ਵਿੱਚ ਜਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਮੈਂ ਕਰਨ ਕੀ ਗਿਆ ਸੀ, ਕਰ ਕੀ ਆਇਆ, ਉਦੋਂ ਬੜਾ ਹੀ ਪਛਤਾਵਾ ਹੁੰਦਾ। ਗੁਰਬਾਣੀ ਨੇ ਬੜੀ ਵਾਰੀ ਸਾਨੂੰ ਚੇਤਾਵਨੀ ਦਿੱਤੀ ਹੈ, ਤੂੰ ਹੁਣ ਤੋਂ ਹੀ ਸਮਝ ਲੈ ਤਾਂ ਕਿ ਬਾਅਦ ਵਿੱਚ ਤੈਨੂੰ ਪਛਤਾਉਣਾ ਨਾ ਪਏ। ਜਿਹੜਾ ਸਮਾਂ ਬੀਤ ਗਿਆ ਉਹ ਮੁੜ ਕੇ ਨਹੀਂ ਆਉਣਾ। ਅੱਜ ਹੀ ਆਪਣੜੇ ਗਰੀਵਾਨ ਮੇ ਸਿਰ ਨੀਵਾਂ ਕਰ ਵੇਖ ਵਾਲੀ ਅਵਸਥਾ ਜਿਹੜੀ ਉਹ ਪੈਦਾ ਕਰ ਲਾ, ਤਾਂ ਕਿ ਅਜਹੂ ਸਮਝ ਕਛ ਬਿਗੜਿਓ ਨਾਹੀਂ। ਜਦੋਂ ਸਮਝ ਆ ਜਾਏ ਉਦੋਂ ਹੀ ਗੁਰੂ ਨੇ ਕਿਰਪਾ ਕਰ ਦੇਣੀ ਆ। ਗੱਲ ਤਾਂ ਸਿਰਫ ਉਹ ਜਿਹੜੀ ਹਉਮੈ ਵਾਲੀ, ਹਉਮੈ ਭਿੱਤ ਕਰਾਰੀ ਵਾਲੀ ਜਿਹੜੀ ਗੱਲ ਹੈ, ਉਹਨੂੰ ਖਤਮ ਕਰਕੇ ਗੁਰੂ ਦੀ ਗੱਲ ਮੰਨਣ ਦੀ ਹੈ। ਫਿਰ ਜੇ ਗੁਰੂ ਦੀ ਗੱਲ ਮੰਨ ਲੈਂਦੇ ਆ, ਹਉਮੈ ਦੀ ਕੰਧ ਤੋੜ ਦਿੰਦੇ ਆ, ਫਿਰ ਨਾ ਜਮਰਾਜ ਦਾ ਨਾਲ ਪੈਂਦਾ ਹੈ, ਨਾ ਧਰਮਰਾਜ ਨੂੰ ਤੁਹਾਡਾ ਫੈਸਲਾ ਕਰਨਾ ਪੈਂਦਾ ਹੈ, ਨਾ ਤੁਹਾਨੂੰ ਮੁੜ ਕੇ ਪੁਨਰ ਜਨਮ ਦੇ ਵਿੱਚ ਆਉਣਾ ਪੈਂਦਾ ਹੈ, ਨਾ ਹੀ ਆਵਾਗਾਉਣ ਦੇ ਚੱਕਰਾਂ ਦੇ ਵਿੱਚ ਘੁੰਮਣਾ ਪੈਂਦਾ ਹੈ। ਕਿਉਂਕਿ ਫਿਰ ਉਸ ਵੇਲੇ ਮਨੁੱਖ ਜਿਹੜਾ ਨਾ ਉਹ ਵਾਹਿਗੁਰੂ ਦਾ ਹੀ ਰੂਪ ਹੋ ਜਾਂਦਾ ਹੈ। ਜਦੋਂ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ, ਫਿਰ ਉਹਨੂੰ ਦੁਨਿਆਵੀ ਆਲੇ ਦੁਆਲੇ ਜੋ ਕੁਝ ਵਾਪਰਦਾ ਹੈ ਉਹ ਫਿਰ ਉਹ ਡੁਲਾ ਨਹੀਂ ਸਕਦਾ, ਉਹਨੂੰ ਆਪਣੇ ਰਾਹ ਤੋਂ ਲਾਂਭੇ ਨਹੀਂ ਕਰ ਸਕਦਾ। ਅਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਅਸੀਂ ਆਪਣੇ ਅੰਦਰ ਹਉਮੈ ਨੂੰ ਕਾਬੂ ਕਰੀਏ, ਗੁਰੂ ਦਾ ਬਚਨ ਗ੍ਰਹਿਣ ਕਰੀਏ, ਤੇ ਜਿਸ ਵੇਲੇ ਗੁਰੂ ਦਾ ਬਚਨ ਗ੍ਰਹਿਣ ਕਰਨਾ ਹੈ ਉਸ ਵੇਲੇ ਫਿਰ ਆਪਣੀ ਮੱਤ ਨਾ ਮੋਹਰੇ ਰੱਖੀਏ। ਵਾਰ-ਵਾਰ ਗੱਲ ਕਰਦੇ ਆ ਨਾ ਵੀ ਅਸੀਂ ਮਨਮਤ ਨੂੰ ਤਿਆਗਣਾ ਤੇ ਗੁਰਮਤ ਨੂੰ ਧਾਰਨ ਕਰਨਾ ਹੈ। ਉਹ ਜਿਹੜੀ ਮਨਮਤ ਹੈ ਦਰਅਸਲ ਉਹ ਹਉਮੈ ਤੋਂ ਹੀ ਪੈਦਾ ਹੁੰਦੀ ਹੈ। ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੈ ਸੋ ਕਾਰ ਕਮਾਏ ਜਿਉ। ਤਿਆਗੈ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜਿਉ। ਇਉਂ ਪਾਵੈ ਹਰ ਦਰਸਾਵੜਾ, ਨਹਿ ਲਾਗੇ ਤਾਤੀ ਵਾਉ ਜਿਉ। ਅਸੀਂ ਕੋਸ਼ਿਸ਼ ਕਰਨੀ ਹੈ ਕਿ ਇਹ ਕਰਮਾਂ ਦਾ ਜਿਹੜਾ ਫਲ ਹੈ ਇਹਦੇ ਨਾਲ ਸਾਡਾ ਬਾਹ ਨਾ ਪਏ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਹੁਣ ਹੀ ਅਬ ਕੀ ਬਾਰ ਬਖਸ਼ ਬੰਦੇ ਕੋ, ਬਾਹਰ ਨਾ ਭਵਜਲ ਫੇਰਾ, ਦੁਆਰਾ ਉਸ ਅਵਸਥਾ ਵਿੱਚ ਨਾ ਪੈਣਾ ਪਏ। ਹਾਂਜੀ ਡਾਕਟਰ ਸਾਹਿਬ। ਸੋ ਹਉਮੈ ਦੀ ਗੱਲ ਭਾਈ ਸਾਹਿਬ ਨੇ ਕੀਤੀ ਹੈ, ਤੇ ਹਉਮੈ ਦਾ ਰੋਗ ਇਤਨਾ ਵੱਡਾ ਹੈ। ਸਾਹਿਬ ਜੀ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ, ਪਰ ਲੱਗੀ ਸਾਨੂੰ ਸਾਰਿਆਂ ਨੂੰ ਹੋਈ ਹੈ ਕਿ ਮੈਂ ਆ ਕੀਤਾ, ਮੈਂ ਆ ਕੀਤਾ, ਮੈਂ ਆ ਕੀਤਾ। ਸਾਹਿਬ ਜੀ ਬਾਣੀ ਵਿੱਚ ਬਾਰ-ਬਾਰ ਦੱਸਦੇ ਨੇ, ਬਾਰ-ਬਾਰ ਚਿਤਾਉਂਦੇ ਨੇ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ, ਜਲ ਮੇ ਜੰਤੋ ਪਾਇਨ ਤਿਨਾ ਪਿਰੋਜੀ ਦੇ। ਫਿਰ ਨਹੀਂ ਅਸੀਂ ਸਮਝਦੇ। ਬਾਰ-ਬਾਰ ਸਤਿਗੁਰੂ ਕਹਿੰਦੇ ਨੇ ਦੀਨਨ ਕੀ ਪ੍ਰਤਪਾਲ ਕਰੇ ਨੇ ਸੰਤੋ ਬਾਰ ਗਨੀਮਨ ਗਾਰੇ, ਪਸ਼ ਪਸ਼ੂ ਨਗ ਨਾਗਨ ਰਾਤਵ ਸਰਵ ਸਮੇਂ ਸਭ ਕੋ ਪ੍ਰਤਪਾਲੇ। ਪਰ ਇਹ ਹਉਮੈ ਦਾ ਰੋਗ ਇਤਨਾ ਵੱਡਾ ਹੈ ਕਿ ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਧਨਾ ਫਿਰ ਫਿਰ ਜੋਨੀ ਪਾਏ। ਇਹ ਛੁਟਕਾਰਾ ਨਹੀਂ। ਜਿੰਨਾ ਚਿਕਰ ਹਉਮੈ ਤਿਆਗ ਕੇ, ਜਿੰਨਾ ਚਿਕਰ ਹਉਮੈ ਤਿਆਗ ਸੀ, ਹਉਮੈ ਇਹੀ ਬੰਧਨਾ ਫਿਰ ਜੋਨੀ ਪਾਏ। ਬਸ ਉਹ ਜਿਹੜੇ ਹਉਮੈ ਦੇ ਬੰਧਨ ਹੈ ਉਹਦੇ ਕਰਕੇ ਹੀ ਮਨੁੱਖ ਮੁੜ ਮੁੜ ਕੇ ਜੰਮਦਾ ਮਰਦਾ ਹੈ ਤੇ ਦੁੱਖ ਭੋਗਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਤਾਂ ਕੀ ਹੋਇਆ, ਐਸ਼ ਹੀ ਐਸ਼ ਹੈ, ਪਰ ਉਸ ਐਸ਼ ਦੇ ਪਿੱਛੇ ਜਿਹੜੀ ਲੋਕਮੇ ਰੂਪ ਦੇ ਵਿੱਚ ਚਿੰਤਾ ਚੁੰਬੜੀ ਹੋਈ ਹੈ ਉਹਦਾ ਕਿਤੇ ਪੁੱਛ ਕੇ ਦੇਖੋ। ਜਿਹੜੇ ਲੋਕ ਜੀਵਨ ਮੁਕਤ ਹੋ ਜਾਂਦੇ ਹੈ ਫਿਰ ਵੀ ਜਨਮ ਧਾਰਨ ਕਰਦੇ ਨੇ ਇਸ ਸੰਸਾਰ ਦੇ ਵਿੱਚ, ਉਹ ਫਿਰ ਉਹਦੇ ਭਾਣੇ ਵਿੱਚ ਰਹਿਣ ਦੀ ਜਾਚ ਸਿੱਖ ਲੈਂਦੇ ਆ। ਫਿਰ ਜੇ ਉਹਨਾਂ ਨੂੰ ਆਰੇ ਦੇ ਨਾਲ ਲੱਕੜਾਂ ਦੇ ਵਿੱਚ ਬੰਨ੍ਹ ਕੇ ਚੀਰ ਵੀ ਦਿੱਤਾ ਜਾਂਦਾ ਹੈ ਨਾ, ਤੇ ਫਿਰ ਵੀ ਉਹਨਾਂ ਦੀ ਜ਼ੁਬਾਨ ਤੋਂ ਜਪਜੀ ਨਿਕਲਦੀ ਹੈ, ਹਾਏ ਨਹੀਂ ਨਿਕਲਦੀ। ਭਾਵੇਂ ਕਿੰਨਾ ਵੀ ਉਹਨਾਂ ਨੂੰ ਦੁੱਖ ਦਿੱਤਾ ਜਾਏ ਸਰੀਰਕ ਤੌਰ ਤੇ, ਉਹ ਆਪਣੇ ਆਪ ਨੂੰ ਸਰੀਰ ਤੋਂ ਵੱਖ ਹੋ ਕੇ ਵੇਖਣ ਦੀ ਜਾਚ ਸਿੱਖ ਲੈਂਦੇ ਆ। ਪਰ ਜਦੋਂ ਤੱਕ ਇਹ ਅਵਸਥਾ ਨਹੀਂ ਆਉਂਦੀ ਉਦੋਂ ਤੱਕ ਉਹ ਜਿਹੜੇ ਹਉਮੈ ਦੇ ਕਰਕੇ ਮੁੜ ਕੇ ਜਨਮਣਾ ਮਰਨਾ ਪੈਂਦਾ ਹੈ। ਉਹ ਤੋਂ ਖਹਿੜਾ ਛਡਾਉਣ ਵਾਸਤੇ ਹਉਮੈ ਦਾ ਨਾਸ਼ ਕਰਨ ਦੀ ਲੋੜ ਹੈ। ਹਾਂਜੀ ਸੌਰੀ ਡਾਕਟਰ ਸਾਹਿਬ, ਤੁਸੀਂ ਮੈਨੂੰ ਠੀਕ ਹੈ ਕਿ
ਇਹ ਹਉਮੈ ਦਾ ਚੱਕਰ ਇਸੇ ਕਰਕੇ ਹੀ ਹੈ ਕਿਉਂਕਿ ਅਸੀਂ ਸਮਝ ਲਿਆ ਹੈ ਕਿ ਮੇਰੀ ਹੋਂਦ ਹੈ, ਕਿ ਮੈਂ ਆਹ ਕਰ ਰਿਹਾ, ਆਹ ਕਰ ਰਿਹਾ, ਆਹ ਕਰ ਰਿਹਾ। ਪਰ ਜੇ ਸਮਝ ਲਈਏ ਕਿ ਸਾਹਿਬ ਸੱਚੇ ਪਾਤਸ਼ਾਹ ਮਿਹਰਬਾਨ ਏਡੇ ਨੇ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਪਰ ਨਹੀਂ, ਇਹ ਸਾਨੂੰ ਸਮਝਣਾ ਪੈਣਾ ਹੈ। ਇਹ ਪੜ੍ਹ ਕੇ ਛੱਡਣ ਵਾਲੀ ਗੱਲ ਨਹੀਂ। ਜੇ ਛੁਟਕਾਰਾ ਪਾਉਣਾ ਹੈ, ਇਸ 84 ਦੇ ਚੱਕਰ ਵਿੱਚੋਂ ਨਿਕਲਣਾ ਹੈ, ਤਾਂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਤੱਖ ਦੱਸ ਦਿੱਤਾ, ਹਉਮੈ ਦਾ ਰੋਗ ਤਿਆਗ ਦੇ, ਉਸ ਵਾਹਿਗੁਰੂ ਦੇ ਅੱਗੇ ਸਮਰਪਣ ਹੋ ਜਾ ਕਿ ਜੋ ਕੁਝ ਕਰ ਰਿਹਾ ਸੱਚੇ ਪਾਤਸ਼ਾਹ ਤੂੰ ਕਰ ਰਿਹਾ ਹੈ, ਜੋ ਕਰ ਹੋ ਜਾਏ ਤੇਰੀ ਰਜ਼ਾ ਨਾਲ ਹੋ ਰਿਹਾ ਹੈ। ਹਉਮੈ ਛੱਡ ਦੇ ਤਾਂ ਤੇਰੀ ਇਸ 84 ਦੇ ਚੱਕਰ ਵਿੱਚੋਂ ਘੱਟੋ ਘੱਟ ਜੋ ਸਾਹਿਬ ਸੱਚੇ ਪਾਤਸ਼ਾਹ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਪੁਨਰ ਜਨਮ ਤਾਂ ਜ਼ਰੂਰ ਹੋਵੇਗਾ ਨਾ, ਪਰ ਆਪਾਂ ਉੱਥੋਂ ਵੀ ਉੱਤੇ ਉੱਠ ਕੇ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਸਮਾ ਜਾਣਾ। ਹਾਂਜੀ ਭਾਈ ਸਾਹਿਬ ਜੀ, ਮੈਂ ਆਪਣੇ ਕੋਲ 5-7 ਮਿੰਟ ਰਹਿ ਗਏ ਨੇ ਹੋਰ, ਹਾਂਜੀ, ਇਹਨੂੰ ਸਮਾਪਤ ਕਰ ਦਿਓ। ਬਹੁਤ ਸਾਰੇ ਸਵਾਲ ਆਉਂਦੇ ਨੇ ਸਾਹਮਣੇ ਆਪਣੇ। ਪਤਾ ਨਹੀਂ ਸਾਨੂੰ ਸਵਾਲ ਕੁਝ ਲੋਕ ਜ਼ਿਆਦਾ ਕਰਨ ਲੱਗ ਪਏ ਨੇ, ਸ਼ਾਇਦ ਕਈ ਲੋਕਾਂ ਨੂੰ ਸ਼ਾਇਦ ਇਸ ਤਰੀਕੇ ਦਾ ਭੁਲੇਖਾ ਹੋ ਗਿਆ ਵੀ ਸਾਨੂੰ ਥੋੜ੍ਹਾ ਜਿਹਾ ਜ਼ਿਆਦਾ ਪਤਾ ਹੈ। ਅਸੀਂ ਜਦੋਂ ਗੱਲ ਕਰਦੇ ਹਾਂ ਇਹਨਾਂ ਪ੍ਰੋਗਰਾਮਸ ਦੇ ਵਿੱਚ, ਤੇ ਕਈ ਵਾਰੀ ਆਮ ਸ਼ਾਇਦ ਦਰਸ਼ਕ ਸੋਚੇ ਵੀ ਇਸ ਗੱਲ ਦੀ ਕਰਨ ਦੀ ਤਾਂ ਲੋੜ ਨਹੀਂ ਸੀ, ਪਰ ਦਰਅਸਲ ਕਿਉਂਕਿ ਸਵਾਲ ਆ ਚੁੱਕੇ ਹੁੰਦੇ ਨੇ ਤੇ ਉਹਨਾਂ ਸਵਾਲਾਂ ਦੇ ਆਧਾਰਿਤ ਗੱਲ ਨੂੰ ਅਸੀਂ ਥੋੜ੍ਹਾ ਜਿਹਾ ਉਸ ਪਾਸੇ ਵੱਲ ਨੂੰ ਮੋਲਡ ਕਰ ਲੈਂਦੇ ਹਾਂ, ਤਾਂ ਕਿ ਇੱਕ ਦੇ ਜਵਾਬ ਦੇ ਵਿੱਚੋਂ ਬਾਕੀ ਦਰਸ਼ਕਾਂ ਦੇ ਵੀ ਜਿਹੜੇ ਸਵਾਲ ਨੇ ਉਹਨਾਂ ਦੇ ਵੀ ਜਵਾਬ ਸਪਸ਼ਟ ਹੋ ਜਾਣ। ਬਾਕੀ ਗੱਲ ਉਨੀ ਕੁ ਹੈ, ਇਹ ਇੱਕ ਐਸਾ ਵਿਸ਼ਾ ਹੈ, ਬੇਸ਼ੱਕ ਡਾਕਟਰ ਸਾਹਿਬ ਮੈਡੀਕਲ ਸਾਇੰਸ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਆਪਣੀ ਕੇਸ ਸਟੱਡੀਜ਼ ਰਾਹੀਂ ਕਿ ਜਿਹੜਾ ਪੁਨਰ ਜਨਮ ਹੈ ਉਹ ਹੁੰਦਾ ਹੈ। ਇਹਦੇ ਬਾਰੇ ਬਹੁਤ ਲੋਕਾਂ ਨੇ, ਜਿਹੜੇ ਤਾਂ ਆਪਣੇ ਆਪ ਦੇ ਵਿੱਚ ਕੁਝ ਸਿਆਣੇ ਲੋਕ ਨੇ, ਊਸ਼ੋ ਨੇ ਜਿਹਨੂੰ ਰਜਨੀਸ਼ ਕਹਿੰਦੇ ਆ, ਉਹਨੇ ਵੀ ਇਹਦੇ ਬਾਰੇ ਬੜਾ ਹੀ ਲਿਖਿਆ ਹੈ। ਠੀਕ ਹੈ, ਉਹਨੇ ਆਪਣੇ ਅਨੁਭਵ ਦੇ ਵਿੱਚੋਂ ਲਿਖਿਆ ਹੈ। ਹੋਰ ਵੀ ਇਹੋ ਜਿਹੇ ਬੜੇ ਲੋਕ ਹੋਏ ਨੇ, ਸਿਆਣੇ ਲੋਕ, ਜਿਨ੍ਹਾਂ ਨੇ ਇਸ ਸੰਬੰਧ ਵਿੱਚ ਬਹੁਤ ਕੁਝ ਲਿਖਿਆ ਹੈ। ਪਰ ਕੁਝ ਇੱਕ ਮੈਡੀਕਲ ਸਾਇੰਸ ਦੇ ਡਾਕਟਰਸ ਨੇ, ਜਿਹੜੇ ਸਾਈਕਾਟ੍ਰਿਕਸ ਨੇ, ਉਹਨਾਂ ਨੇ ਜਿਹੜੇ ਕੇਸ ਸਟੱਡੀਜ਼ ਕਰਨ ਤੋਂ ਬਾਅਦ ਜਦੋਂ ਇਹੋ ਜਿਹੀਆਂ ਗੱਲਾਂ ਬਾਹਰ ਕੱਢੀਆਂ ਤੇ ਸਾਡੀਆਂ ਅੱਖਾਂ ਖੁੱਲ੍ਹ ਜਾਂਦੀਆਂ। ਮੈਂ ਉਹ ਸਾਰਾ ਕਾਫੀ ਉਹਦੇ ਵਿੱਚ ਪੜ੍ਹਿਆ ਉਹਨੂੰ, ਕਿਉਂਕਿ ਮੈਂ ਜਾਣਨਾ ਚਾਹੁੰਦਾ ਸੀ। ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਹੈ ਵੀ ਇਹ ਜਿਹੜੀ ਕੇਸ ਸਟੱਡੀ ਕੀਤੀ ਹੈ, ਜਾਂ ਇਹ ਜਿਹੜੀ ਸਾਰੀ ਉਹਦਾ ਵਰਣਨ ਕੀਤਾ ਹੈ, ਇਹ ਜਿਹੜੀ ਗੁਰਬਾਣੀ ਨੇ ਰਮਜ਼ਾਂ ਦੇ ਵਿੱਚ ਗੱਲ ਕੀਤੀ ਸੀ, ਰਹਿਸ ਦੇ ਵਿੱਚ ਗੱਲ ਕੀਤੀ ਸੀ, ਉਹਦੀ ਇੱਕ ਪ੍ਰੈਕਟੀਕਲ ਉਦਾਹਰਣ ਬਣ ਜਾਂਦੀ ਹੈ ਸਾਡੇ ਸਾਹਮਣੇ। ਮੈਂ ਜਦੋਂ ਹਵਾਲੇ ਦਿੱਤੇ, ਜੋ ਮੈਂ ਹੁਣ ਤੱਕ ਸਮਝ ਸਕਿਆ ਨਿੱਜੀ ਤੌਰ ਤੇ, ਮੈਂ ਉਹਨੂੰ ਧਿਆਨ 'ਚ ਰੱਖ ਕੇ ਹਵਾਲੇ ਦਿੱਤੇ। ਇਹ ਆਖਰੀ ਨਹੀਂ ਹੈ। ਜਿੰਨੀ ਕੁ ਸਤਿਗੁਰੂ ਨੇ ਬਲ, ਬੁੱਧੀ, ਸਮਰੱਥਾ ਦਿੱਤੀ, ਉਨੀ ਕੁ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੇ ਸੱਚ ਇਸ ਤੋਂ ਬਹੁਤ ਅੱਗੇ ਹੈ। ਹੋਰ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਘੁੰਡੀਆਂ ਹੋਣਗੀਆਂ ਜਿਹੜੀਆਂ ਇਸ ਤੋਂ ਚੰਗੀ ਤਰੀਕੇ ਨਾਲ ਖੋਲ੍ਹੀਆਂ ਜਾ ਸਕਦੀਆਂ ਸੀ। ਅਸੀਂ ਸਮੇਂ-ਸਮੇਂ ਯਤਨ ਵੀ ਕਰਦੇ ਹਾਂ। ਕਈ ਵਾਰੀ ਦਰਸ਼ਕਾਂ ਨੂੰ ਸ਼ਾਇਦ ਇਸ ਤਰ੍ਹਾਂ ਵੀ ਲੱਗਦਾ ਹੋਏਗਾ ਕਿ ਇਹ ਜਿਹੜਾ ਵਿਸ਼ਾ ਹੈ ਇਹ ਤਾਂ ਬੜਾ ਹੀ ਔਖਾ ਹੈ। ਪਰ ਜੇ ਅਸੀਂ ਔਖੇ ਵਿਸ਼ੇ ਨਹੀਂ ਡਿਸਕਸ ਕਰਾਂਗੇ, ਨਹੀਂ ਉਹਨਾਂ ਦੇ ਉੱਤੇ ਗੱਲ ਕਰਾਂਗੇ, ਤੇ ਸਾਡੀਆਂ ਸ਼ੰਕਾਵਾਂ ਕਿਵੇਂ ਦੂਰ ਹੋਣਗੀਆਂ, ਸਾਡੇ ਭੁਲੇਖੇ ਕਿੱਦਾਂ ਦੂਰ ਹੋਣਗੇ, ਸਾਡੇ ਜਿਹੜੇ ਸਵਾਲ ਹੈ ਉਹਨਾਂ ਸਵਾਲਾਂ ਦੇ ਜਵਾਬ ਕਿਵੇਂ ਸਾਨੂੰ ਮਿਲਣਗੇ। ਆਪਾਂ ਰਲ ਮਿਲ ਕੇ ਕੋਸ਼ਿਸ਼ ਕਰਦੇ ਹਾਂ ਕਿ ਉਹ ਸਵਾਲ ਜਿਹੜੇ ਸਾਡੇ ਤਕਰੀਬਨ ਸਾਰਿਆਂ ਦੇ ਹੀ ਨੇ, ਉਹਨਾਂ ਸਵਾਲਾਂ ਦੇ ਜਵਾਬ ਗੁਰਬਾਣੀ ਵਿੱਚੋਂ ਤੇ ਉਹਨਾਂ ਲੋਕਾਂ ਰਾਹੀਂ ਜਿਨ੍ਹਾਂ ਨੇ ਸਾਡੇ ਨਾਲੋਂ ਵੱਧ ਇਹਨੂੰ ਸਮਝਿਆ, ਜਾਣਿਆ। ਮੈਂ ਗੱਲ ਬ੍ਰਹਮ ਗਿਆਨੀਆਂ ਦੀ ਨਹੀਂ ਕਰ ਰਿਹਾ, ਉਹਨਾਂ ਲੋਕਾਂ ਨੇ, ਕਿਉਂਕਿ ਉਹਨਾਂ ਦੀ ਤਾਂ ਅਕਥ ਕਥਾ ਹੈ, ਜਿਹੜੇ ਹੈਗੇ ਨੇ ਉਹਨਾਂ ਦੀ ਤਾਂ ਗੱਲ ਕਰਨ ਦੀ ਮਤਲਬ ਸਾਡੀ ਪਾਇਆ ਹੀ ਨਹੀਂ ਹੈ ਤੇ ਸਾਡੀ ਪਹੁੰਚ ਵੀ ਨਹੀਂ ਹੈ। ਪਰ ਜਿੰਨੇ ਕੁ ਸਿਆਣੇ ਲੋਕਾਂ ਨੇ ਹੁਣ ਤੱਕ ਇਹੋ ਜਿਹੇ ਵਿਸ਼ਿਆਂ ਨੂੰ ਸਪਸ਼ਟ ਕਰਨ ਦਾ ਲਈ ਸਾਡੇ ਲਈ ਸੇਧਾਂ ਦਿੱਤੀਆਂ, ਉਹਨਾਂ ਨੂੰ ਧਿਆਨ 'ਚ ਰੱਖ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦਾ ਯਤਨ ਕਰੀਦਾ ਹੈ। ਬਹੁਤ ਤੁਸੀਂ ਸਤਿਕਾਰ ਦਿੰਦੇ ਹੋ ਸਾਡੇ ਦਰਸ਼ਕ। ਸਿੱਖ ਚੈਨਲ ਦਾ ਇਹ ਵਿਸ਼ੇਸ਼ ਉਪਰਾਲਾ ਹੈ ਤੇ ਸਿੱਖ ਚੈਨਲ ਤਾਂ ਚੱਲਦਾ ਵੀ ਤੁਹਾਡੇ ਸਹਿਯੋਗ ਦੇ ਨਾਲ ਹੀ ਹੈ। ਪਿਛਲੇ 12 ਸਾਲ ਤੋਂ ਵੱਧ ਸਮਾਂ ਹੋ ਗਿਆ ਤੁਹਾਡੇ ਸਹਿਯੋਗ ਨੂੰ, ਬੜਾ ਹੀ ਭਰਵਾਂ ਸਹਿਯੋਗ ਤੁਸੀਂ ਦਿੱਤਾ ਹੈ। ਉਤਾਰ ਚੜਾਵਾਂ ਦੇ ਵਿੱਚੋਂ ਲੰਘਦਾ ਸਿੱਖ ਚੈਨਲ ਅਜੇ ਤੱਕ ਪੂਰੇ ਸੰਸਾਰ ਦੇ ਵਿੱਚ ਗੁਰਮਤਿ ਦੀ ਗੱਲ ਤੁਹਾਨੂੰ ਘਰ ਬੈਠਿਆਂ ਤੱਕ ਤੁਹਾਡੇ ਤੱਕ ਪਹੁੰਚਾ ਰਿਹਾ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ
ਗੁਰੂ ਸਾਹਿਬ ਦੀ ਭਉ ਭਾਵਨੀ ਦੇ ਵਿੱਚ ਰਹਿ ਕੇ ਜਿੰਨੀ ਕੁ ਗੱਲ ਸਾਨੂੰ ਸਮਝ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਲਈ ਜਾਏ। ਅਗਲੇ ਹਫਤੇ ਡਾਕਟਰ ਸਾਹਿਬ ਸ਼ਾਇਦ ਜਿਹੜੀ ਧਰਮਰਾਜ ਵਾਲੀ ਗੱਲ ਹੈ, ਇਹਦੇ ਸੰਬੰਧ ਵਿੱਚ ਵੀ ਸਵਾਲ ਹੈਗੇ ਨੇ। ਧਰਮਰਾਜ ਕੌਣ ਹੈ, ਸਾਡੀ ਆਤਮਾ ਦਾ ਉਹਦੇ ਨਾਲ ਕੀ ਸੰਬੰਧ ਹੈ, ਉਹ ਵੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਕੰਪਲੀਕੇਟਡ, ਬਹੁਤ ਗੁੰਝਲਾਂ ਭਰਿਆ ਸਬਜੈਕਟ ਹੈ। ਉਹਨੂੰ ਅਸੀਂ ਸੌਖਾ ਕਰਕੇ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ ਅਗਲੇ ਹਫਤੇ, ਸਤਿਗੁਰੂ ਕਿਰਪਾ ਕਰਨ। ਹਾਂਜੀ ਡਾਕਟਰ ਸਾਹਿਬ। ਜੀ, ਸੋ ਧੰਨਵਾਦ ਹੈ ਭਾਈ ਸਾਹਿਬ ਜੀ ਦਾ। ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਜੇ ਸੰਖੇਪ ਦੇ ਰੂਪ ਵਿੱਚ ਆਪਾਂ ਕੁਝ ਕੱਢਣਾ ਹੈ, ਉਹ ਇਹ ਹੈ ਕਿ ਜਿਸ ਤਰ੍ਹਾਂ ਸ਼ੁਰੂ ਕੀਤਾ ਸੀ ਕਿ ਆਪ ਨੜੇ ਗਰੀਬਾਨ ਮੈਂ ਸਿਰ ਨੀਮਾ ਕਰ ਦੇਖ, ਆਹ ਕਰ ਲਈਏ ਨਾ, ਇਹ ਸ਼ੁਰੂਆਤ ਹੈ ਕਿ ਸ਼ਾਮ ਨੂੰ ਬਿਸਤਰੇ ਤੇ ਬੈਠ ਕੇ 5-7 ਮਿੰਟ ਸੋਚ ਲਈਏ ਅੱਜ ਦਿਨੇ ਸਵੇਰ ਤੋਂ ਲਾ ਕੇ ਸ਼ਾਮ ਤੱਕ ਕੀ ਕੀਤਾ, ਤੇ ਅਗਾਂਹ ਵਾਸਤੇ ਉਹ ਚੰਗੇ ਕੰਮ ਕਰੀਏ, ਜਿਹੜੇ ਮਾੜੇ ਉਹ ਤਿਆਗ ਦਈਏ, ਕਿਉਂਕਿ ਅਖੀਰ ਦੇ ਉੱਤੇ ਨਿਬੇੜਾ ਉੱਥੇ ਹੋਣਾ ਹੈ, ਆਪਣੇ ਕੀਤੇ ਹੋਏ ਕਰਮਾਂ ਤੇ ਹੋਣਾ ਹੈ, ਕਿਸੇ ਨੇ ਨਹੀਂ ਕਰਨਾ। ਸਮੱਤ ਸਤਿਗੁਰੂ ਨੇ ਬਖਸ਼ੇ ਨੇ, ਉਦਮ ਸਤਿਗੁਰੂ ਨੇ ਬਖਸ਼ਣਾ ਹੈ। ਸੋ ਆਪਾਂ ਕੁਝ ਨਾ ਕੁਝ ਇਹਨਾਂ ਪ੍ਰੋਗਰਾਮਾਂ ਤੋਂ ਸਿੱਖਣਾ ਹੈ। ਅਗਲੇ ਹਫਤੇ ਜੋ ਪ੍ਰੋਗਰਾਮ ਹੈ, ਭਾਈ ਸਾਹਿਬ ਜੀ ਨੇ ਦੱਸ ਦਿੱਤਾ ਹੈ ਕਿ ਧਰਮਰਾਜ ਅਤੇ ਉੱਥੇ ਸੰਗਲ ਘਰ ਚਲਾਈਏ, ਕਿਹਨੂੰ ਬੰਨ੍ਹ ਕੇ ਲਿਜਾਂਦੇ ਨੇ, ਧਰਮਰਾਜ ਕਿੱਦਾਂ ਲੇਖਾ ਦਿੰਦਾ ਹੈ। ਇਹੋ ਜਿਹੇ ਸਵਾਲ ਆਏ ਹੋਏ ਸਨ, ਪਰ ਅੱਜ ਆਪਾਂ ਆਵਾਗਮਨ ਦੀ ਗੱਲ ਕੀਤੀ ਹੈ। ਅਗਲੇ ਹਫਤੇ ਜਿਨ੍ਹਾਂ ਵੀਰਾਂ ਨੇ ਸਵਾਲ ਭੇਜੇ ਨੇ ਉਹਨਾਂ ਤੋਂ ਮਾਫੀ ਮੰਗ ਲਏ। ਅਗਲੇ ਹਫਤੇ ਉਹਨਾਂ ਦੇ ਜਵਾਬ ਜ਼ਰੂਰ ਦਿੱਤੇ ਜਾਣਗੇ, ਤੇ ਆਪਾਂ ਕੋਸ਼ਿਸ਼ ਕਰਾਂਗੇ ਸਤਿਗੁਰੂ ਦੀ ਬਾਣੀ ਦੇ ਆਧਾਰ ਦੇ ਉੱਤੇ ਸਹਿ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਗੁਰਮਤਿ ਅਨੁਸਾਰ ਇਹਨਾਂ ਚੀਜ਼ਾਂ ਤੇ ਇਹਨਾਂ ਤੇ ਵਿਚਾਰ ਕੀਤੀ ਜਾਵੇ, ਤਾਂ ਕਿ ਆਪਾਂ ਇਸ ਆਵਾਗੁਣ ਦੇ ਚੱਕਰ ਵਿੱਚੋਂ ਨਿਕਲ ਸਕੀਏ। ਇਹਨਾਂ ਕਹਿੰਦੇ ਕਿ ਮੰਦ ਜਾਚਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।